वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪ੍ਰਤੱਖ ਹਰ ਜੀਵਨੀ ਗੁਰੂ ਅਰਜਨ ਦੇਵ ਜੀ ਕਿਤਾਬ ਦਾ ਅਖੀਰਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 196। ਭਾਗ 13 ਪ੍ਰਤੱਖ ਹਰ ਸਮੁੱਚੇ ਜੀਵਨ ਤੇ ਝਾਤ। ਗੋਇੰਦਵਾਲ ਵਿਖੇ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਮਿਲਣ ਵੇਲੇ ਆਏ 11 ਭੱਟਾਂ ਨੇ ਪਹਿਲੀ ਝਲਕ ਵਿੱਚ ਹੀ ਪੰਚਮ ਪਾਤਸ਼ਾਹ ਨੂੰ ਗੰਗਾ ਵਾਂਗ ਪਾਵਨ, ਸਾਗਰ ਵਾਂਗ ਸ਼ਾਂਤ, ਚੰਦਨ ਵਾਂਗ ਠੰਡਾ ਅਤੇ ਬ੍ਰਿਸ਼ ਵਾਂਗ ਸਹਿਜ ਅਵਸਥਾ ਵਿੱਚ ਵਿਚਰਦੇ ਦੇਖਿਆ ਸੀ। ਕੈਸਾ ਸੋਹਣਾ ਭੱਟਾ ਉਚਾਰਿਆ, ਤੂੰ ਕੈਸਾ ਵਡਭਾਗਾ ਹੈ ਜਿਸ ਮਨ ਨੂੰ ਪ੍ਰਫੁੱਲਿਤ ਕੀਤਾ ਹੋਇਆ ਹੈ, ਮਨ ਨੂੰ ਉੱਚਾ ਕਰ ਲਿਆ ਹੈ ਅਤੇ ਮਾਨਕ ਵਰਗੇ ਸੱਚੇ ਮਨ ਨੂੰ ਸੰਤੋਖ ਦੇ ਘਰ ਟਿਕਾਇਆ ਹੋਇਆ ਹੈ। ਗੁਰੂ ਰਾਮਦਾਸ ਜੀ ਨੇ ਹੀ ਤੁਹਾਡੇ ਹਿਰਦੇ ਨਾਮ ਦ੍ਰਿੜ ਕੀਤਾ ਹੈ। ਗੁਰੂ ਅਰਜਨ ਦੇਵ ਜੀ ਦੇ ਸੰਬੰਧ ਵਿੱਚ ਭੱਟਾਂ ਨੇ ਕੁੱਲ 21 ਸਵਈਏ ਉਚਾਰੇ ਹਨ। ਇਹਨਾਂ ਵਿੱਚੋਂ 12 ਸਵਈਏ ਕਲਸਹਾਰ ਜੀ ਦੇ ਹਨ, ਮਥੁਰਾ ਜੀ ਦੇ 7 ਅਤੇ ਬਾਕੀ 2 ਹਰਬੰਸ ਜੀ ਦੇ ਹਨ। ਭੱਟਾਂ ਨੇ ਇਤਿਹਾਸ ਹੀ ਲਿਖਿਆ ਹੈ, ਕਿਸੇ ਥਾਂ ਵੀ ਅਤਕਥਨੀ ਤੋਂ ਕੰਮ ਨਹੀਂ ਲਿਆ। ਹਾਂ, ਕਿਧਰੇ ਗੱਲ ਨਿਖੇੜਨ ਲਈ ਜਾਂ ਸਪਸ਼ਟ ਕਰਨ ਲਈ ਪੁਰਾਣਿਕ ਹਵਾਲੇ ਜ਼ਰੂਰ ਦਿੱਤੇ ਹਨ। ਜਿਵੇਂ ਅਰਜਨ ਸ਼ਬਦ ਦੀ ਵਰਤੋਂ ਕਰਦੇ ਮਹਾਭਾਰਤ ਦੇ ਅਰਜਨ ਦਾ ਜ਼ਿਕਰ ਕਰ ਦੇਣਾ ਕਿ ਗੁਰੂ ਅਰਜਨ ਦੇਵ ਜੀ ਅਕਾਲ ਪੁਰਖ ਰੂਪ ਹਨ। ਮਹਾਭਾਰਤ ਦੇ ਅਰਜਨ ਵਾਂਗ ਕਦੇ ਵੀ ਪੈਰ ਪਿਛਾਂ ਪਰਤਾਉਣ ਵਾਲੇ ਨਹੀਂ ਹਨ। ਕਾਮਾਦਾਇਕ ਵੈਰੀ ਗੁਰੂ ਅਰਜਨ ਦੇਵ ਜੀ ਤੇ ਕਦੀ ਹਾਵੀ ਨਹੀਂ ਹੋ ਸਕਦੇ। ਇਸ ਤਰ੍ਹਾਂ ਰਾਜ ਵਿੱਚ ਜੋਗ ਕਮਾਉਂਦੇ ਨੂੰ ਦੇਖ ਉਹਨਾਂ ਜਨਕ ਸ਼ਬਦ ਵਰਤ ਲਿਆ। ਇੱਥੇ ਇਹ ਵੀ ਪ੍ਰਗਟ ਹੁੰਦਾ ਹੈ ਕਿ ਗੁਰੂ ਅਰਜਨ ਦੇਵ ਜੀ ਜਾਂ ਸਾਰੇ ਹੀ ਗੁਰੂ ਸਾਹਿਬ ਜੀਵਨ ਹਯਾਤ ਵਿੱਚ ਹੀ ਗੋਬਿੰਦ ਰੂਪ ਮੰਨੇ ਗਏ। ਗਵਾਹੀ ਵੀ ਹੈ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਭੱਟ ਕਲਸਹਾਰ ਦਾ ਇਹ ਕਹਿਣਾ ਹੈ ਕਿ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਇੱਕ ਇਤਿਹਾਸਿਕ ਸੱਚਾਈ ਹੈ। ਇਹ ਹੀ ਪਹਿਲੇ ਗੁਰੂ ਸਨ ਜੋ ਗੁਰੂ ਗੋਦ ਵਿੱਚ ਪਲ ਵੱਡੇ ਹੋ ਰਹੇ ਸਨ। ਗੁਰੂ ਰਾਮਦਾਸ ਜੀ ਨੇ ਵੀ ਇਹ ਕਹਿ ਦਿੱਤਾ ਸੀ, ਇਸ ਨੂੰ ਟਿੱਕਾ ਦਿੱਤਾ ਵਡਿਆਈ ਦਾ ਨਾਨੇ। ਗੁਰੂ ਅਰਜਨ ਦੇਵ ਜੀ ਨੂੰ ਰਾਜ ਜੋਗ ਕਮਾਉਂਦੇ ਦੇਖ ਇਹ ਭੱਟ ਸ਼੍ਰੇਣੀ ਬਹੁਤ ਹੀ ਪ੍ਰਭਾਵਿਤ ਹੋਈ ਸੀ। ਗ੍ਰਹਿਸਤੀ ਹੋ ਕੇ ਸੰਸਾਰੀ ਕਾਰਜ ਕਰਦੇ, ਨਾਮ ਨਾ ਵਿਸਰਨ ਦੇਣਾ, ਨਾਮ ਵਿੱਚ ਰੰਗੇ ਰਹਿਣਾ ਉਹਨਾਂ ਲਈ ਅਚਰਜਮਈ ਗੱਲ ਸੀ। ਉਹਨਾਂ ਲਿਖਿਆ, ਭਗਤ ਜੋਗ ਕੋ ਜੈਤਵਾਰ ਹਰ ਜਨਕ ਉਪਾਦਿਓ। ਲਮੇਰੇ ਹਿੰਦੂ ਇਤਿਹਾਸ ਵਿੱਚ ਇੱਕ ਜਨਕ ਹੀ ਹੋਇਆ ਹੈ ਜਿਸ ਰਾਜ ਕਮਾਂਦਿਆਂ ਜਗਤ ਨੂੰ ਮਿੱਥਿਆ ਮੰਨਿਆ ਹੈ। ਉਸ ਦਾ ਨਾਂ ਲੈਂਦੇ ਹੋਏ ਕਹਿੰਦੇ ਹਨ ਕਿ ਤੁਸਾਂ ਤਾਂ ਇਸ ਕਲਯੁਗ ਵਿੱਚ ਸਤਯੁਗ ਦਾ ਸਮਾਂ ਬੰਨ੍ਹ ਦਿੱਤਾ ਹੈ। ਜਨਕ ਰਾਜ ਵਰਤਾਇਆ ਸਤਯੁਗ ਅਲੀਨਾ। ਉਹ ਕਹਿੰਦੇ ਹਨ ਕਿ ਅਸਾਂ ਕਮਲ ਫੁੱਲ ਵਾਂਗ ਖੇਲ ਦੇਖਿਆ ਹੈ, ਮਨ ਨੂੰ ਉਸ ਮਾਇਆ ਤੋਂ ਬਹੁਤ ਉੱਚਾ ਕਰ ਲਿਆ ਹੈ। ਭੱਟ ਮਥੁਰਾ ਜੀ ਕਹਿੰਦੇ ਹਨ ਕਿ ਓਪਰੀ ਨਜ਼ਰ ਵਾਲਾ ਭੁਲੇਖਾ ਖਾ ਜਾਏਗਾ। ਉਹ ਗੁਰੂ ਅਰਜਨ ਦੇਵ ਜੀ ਨੂੰ ਮਾਇਆ ਵਿੱਚ ਹੀ ਵਿਚਰਦੇ ਸਮਝੇਗਾ, ਇੱਕ ਸਧਾਰਨ ਗ੍ਰਹਿਸਤੀ ਹੀ ਸਮਝੇਗਾ। ਪੈ ਦੇਖਿਤ ਧਾਮ ਸਿਉ, ਪਰ ਜਿਸ ਜਰਾ ਨੇੜੇ ਤੋਂ ਤੱਕਿਆ ਉਸ ਦੇਖਿਆ ਕਿ ਹਰ ਸਮੇਂ ਹਰੀ ਦਾ ਰਸ ਪੀ ਰਹੇ ਹਨ, ਕਿਧਰੇ ਹੋਰ ਧਿਆਨ ਉਹਨਾਂ ਦਾ ਖੁੱਭਦਾ ਹੀ ਨਹੀਂ। ਇਹ ਹੈ ਇਸ ਕਲਯੁਗ ਵਿੱਚ ਇੱਕ ਨਿਰਾਲੀ ਸਿਫਤ ਵਾਲਾ ਗੁਰੂ ਜਿਸ ਬਾਰੇ ਭੱਟ ਕਹਿੰਦੇ ਹਨ, ਅਸੀਂ ਟੋਲਦੇ ਟੋਲਦੇ ਥੱਕ ਗਏ, ਨਿਰੀ ਕਹਿਤ ਹੀ ਕਹਿਤ ਸੁਣੀ ਸੀ, ਇੱਥੇ ਰਹਿਤ ਹੈ ਕਰਨੀ ਹੈ। ਗੁਰੂ ਅਰਜਨ ਦੇਵ ਜੀ ਨੇ ਆਪ ਵੀ ਇੱਕ ਥਾਵੇਂ ਕਿਹਾ ਹੈ ਕਿ ਉਹਨਾਂ ਦਾ ਰਾਜ ਜੋਗ ਕਮਾਉਣਾ ਐਸਾ ਹੈ ਕਿ ਉਹਨਾਂ ਪਹਿਲਾਂ ਚਿੱਤ ਨੂੰ ਸ਼ਾਂਤ ਕੀਤਾ ਅਤੇ ਫਿਰ ਸ਼ਾਂਤ ਰੱਖਿਆ। ਘਰ ਤੇ ਜੰਗਲ ਨੂੰ ਇੱਕ ਸਮਾਨ ਜਾਤਾ, ਮਾਇਆ ਅਟਕਾ ਨਾ ਸਕੀ। ਅੰਦਰ ਸਿਫਤ ਇੱਕ ਵਾਹਿਗੁਰੂ, ਪਿਰ ਨਾਲ ਪਿਆਰ ਰੱਖਿਆ, ਬਾਹਰ ਦੁਨੀਆ ਨਾਲ ਠਾਠਾ ਬਾਗਾ। ਹਰ ਜਗਤ ਦੇ ਜੀਵ ਪ੍ਰਾਣੀ ਨਾਲ ਸਾਹਿਬ ਸਲਾਮਤੀ ਰੱਖੀ, ਫਿਰ ਕਦੇ ਉਲਾਰ ਨਾ ਹੋਣ ਦਿੱਤਾ। ਅੰਦਰ ਕਦੇ ਪਿਰ ਨਾਲੋਂ ਨਾ ਟੁੱਟਿਆ ਅਤੇ ਬਾਹਰ ਦੀ ਕੋਈ ਵਸਤੂ ਅੰਦਰ ਨਾ ਜਾਣ ਦਿੱਤੀ। ਭਾਵ ਸਮਾਜਿਕ ਪਹਿਲੂ ਵੀ ਨਾ ਛੱਡਿਆ ਅਤੇ ਪ੍ਰਾਪਤ ਪਰਮਾਰਥਿਕ ਉੱਚਤਾ ਨਾਲ ਇਰਦ ਗਿਰਦ ਉੱਚਾ ਕਰਦਾ ਰਿਹਾ। ਲੋਕਾਂ ਵਿੱਚ ਰਹਿ ਕੇ ਲੋਕਾਂ ਦੀ ਵਾਹ ਵਾਹ ਵਿੱਚ ਨਾ ਗਵਾਚਿਆ। ਥਿਰ ਥਿਰ ਚਿਤ ਥਿਰ ਬੰਨ ਗ੍ਰਹਿ ਸਮਸਰਹ, ਅੰਤਰ ਏਕ ਪਿਰਹ ਬਾਹਰ ਅਨੇਕ ਧਰਹ। ਰਾਜਨ ਜੋਗ ਕਰਹ ਕਹਿ ਨਾਨਕ ਲੋਕ ਅਲੋਗੀ ਰੀ ਸਖੀ। ਇੱਕ ਹੋਰ ਸ਼ਬਦ ਪੁਰਖ ਪ੍ਰਮਾਣ ਗੁਰੂ ਅਰਜਨ ਦੇਵ ਜੀ ਦੀ ਉਪਮਾ ਵਿੱਚ ਭੱਟਾਂ ਨੇ ਵਰਤਿਆ ਹੈ। ਉਹਨਾਂ ਦੇ ਕਹਿਣ ਦਾ ਭਾਵ ਹੈ ਕਿ ਗੁਰੂ ਅਰਜਨ ਦੇਵ ਜੀ ਨਮੂਨੇ ਦੇ ਪੁਰਸ਼ ਹਨ। ਉਹ ਸੰਕਟ ਤੋਂ ਨੱਸਣ ਵਾਲੇ ਨਹੀਂ, ਆਦਰਸ਼ ਤੇ ਡਟਣ ਵਾਲੇ ਹਨ। ਉਹਨਾਂ ਹੱਥ ਹਥਿਆਰ ਨਾਮ ਹੈ। ਨਮੂਨੇ ਦੇ ਪੁਰਸ਼ ਦਾ ਕੁਝ ਨਕਸ਼ਾ ਆਪ ਹੀ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਵਿੱਚ ਉਲੀਕਿਆ ਹੈ।
ਉਹ ਆਦਰਸ਼ ਮਨੁੱਖ ਨੂੰ ਬ੍ਰਹਮ ਗਿਆਨੀ ਕਹਿੰਦੇ ਹਨ। ਮਹਿਮਾ ਪ੍ਰਕਾਸ਼ ਨੇ ਠੀਕ ਲਿਖਿਆ ਹੈ ਕਿ ਗੁਰੂ ਅਰਜਨ ਜੀ ਨੇ ਜੋ ਆਪੂ ਸੁਖਮਨੀ ਵਿੱਚ ਲਿਖਿਆ ਸੀ ਉਹ ਤਸੀਹੇ ਸਹਾਰ ਤੇ ਸ਼ਹੀਦੀ ਲੈ ਕੇ ਕਰ ਦਿਖਾਇਆ। ਰਹੇ ਬਦੇਹੀ ਹੋਏ ਦ੍ਰਿੜ ਬ੍ਰਹਮ ਗਿਆਨੀ ਨੀਕ, ਜੋ ਬਰਨਿਓ ਮਦ ਸੁਖਮਣੀ ਪਾਲ ਦਿਖਾਇਓ ਠੀਕ। ਬ੍ਰਹਮ ਗਿਆਨੀ ਦੀ ਵੱਡੀ ਸਿਫਤ ਹੈ ਮਨ ਤੇ ਮੁਖ ਵਿੱਚ ਸੱਚ ਹੁੰਦਾ ਹੈ। ਭੱਟ ਕਹਿੰਦੇ ਹਨ ਕਿ ਗੁਰੂ ਅਰਜਨ ਜੀ ਆਪ ਸੱਚ ਰੂਪੀ ਨੀਂਹ ਉਸਾਰ ਕੇ ਗੁਰੂ ਅਰਜਨ ਦੇਵ ਜੀ ਵਿੱਚ ਲੀਨ ਹੋ ਗਏ। ਗੁਰੂ ਅਰਜਨ ਦੇਵ ਸੱਚ ਦਾ ਹੀ ਰੂਪ ਹੈ। ਗੁਰੂ ਨਾਨਕ ਸੱਚ ਨੀਂਵ ਸਾਜ, ਸਤਿਗੁਰ ਸੰਗ ਲੀਨਾ। ਮਥੁਰਾ ਜੀ ਵੀ ਇਸੇ ਪਰਥਾਏ ਕਹਿੰਦੇ ਹਨ ਕਿ ਗੁਰੂ ਅਰਜਨ ਜੀ ਨੇ ਸਤ ਸੰਤੋਖ ਨੂੰ ਹਿਰਦੇ ਧਾਰਨ ਕੀਤਾ ਹੋਇਆ ਹੈ। ਹਰੀ ਉਹਨਾਂ ਦੇ ਅੰਦਰ ਟਿਕਿਆ ਹੋਇਆ ਹੈ। ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓਰ। ਆਦਰਸ਼ ਮਨੁੱਖ ਕਿਸੇ ਦਾ ਬੁਰਾ ਨਹੀਂ ਚਿਤਵਦਾ ਅਤੇ ਉਸ ਦੀ ਨਜ਼ਰ ਸਭ ਤੇ ਇੱਕੋ ਜਿਹੀ ਰਹਿੰਦੀ ਹੈ। ਉਹ ਗਰੀਬ ਅਮੀਰ ਊਚ ਨੀਚ ਜਾਤ ਪਾਤ ਗੋਰੇ ਕਾਲੇ ਪੂਰਬ ਪੱਛਮ ਦੀਆਂ ਦਰਾੜਾਂ ਵਿੱਚ ਨਹੀਂ ਫਸਦਾ। ਉਸ ਦੀ ਦ੍ਰਿਸ਼ਟੀ ਸਮਾਨ ਹੈ। ਉਹ ਧੀਰਜਵਾਨ ਹੁੰਦਾ ਹੈ। ਉਹ ਉਦਾਰ ਚਿੱਤ ਹੁੰਦਾ ਹੈ। ਉਸ ਦਾ ਜੇਰਾ ਰੁੱਖਾਂ ਸਮਾਨ ਹੁੰਦਾ ਹੈ। ਇੱਧਰ ਭੱਟ ਕਹਿੰਦੇ ਹਨ ਕਿ ਗੁਰੂ ਅਰਜਨ ਦੇਵ ਜੀ ਹਰੀ ਵਾਂਗੂ ਉਦਾਰ ਚਿੱਤ ਹਨ। ਧੀਰਜ ਨੂੰ ਉਹਨਾਂ ਆਪਣਾ ਧਰਮ ਬਣਾਇਆ ਹੋਇਆ ਹੈ। ਗੁਰਮਤਿ ਦਾ ਉਹਨਾਂ ਡੂੰਘਾ ਅਧਿਐਨ ਕੀਤਾ ਹੈ। ਪਰਾਏ ਦੁੱਖ ਨੂੰ ਦੂਰ ਕਰਨ ਲਈ ਸਭ ਕੁਝ ਵਾਰਨ ਲਈ ਤਤਪਰ ਰਹਿੰਦੇ ਹਨ। ਟੇਕ ਉਹਨਾਂ ਸ਼ਬਦ ਦੀ ਰੱਖੀ ਹੋਈ ਹੈ, ਹਿਊਮੇ ਨੇੜੇ ਨਹੀਂ ਆਉਣ ਦਿੱਤੀ। ਗੁਰੂ ਅਰਜਨ ਦੇਵ ਜੀ ਦੀ ਦ੍ਰਿਸ਼ਟੀ ਵਿੱਚ ਕਦੇ ਫਰਕ ਨਹੀਂ ਪਿਆ। ਇੱਕ ਰਸ ਹਨ। ਉਹਨਾਂ ਤਾਂ ਆਤਮਿਕ ਅਡੋਲਤਾ ਦਾ ਚੰਦੋਆ ਤਾਣਿਆ ਹੋਇਆ ਹੈ। ਸਹਿਜ ਰੰਗ ਵਿੱਚ ਆਨੰਦ ਲੈ ਰਹੇ ਹਨ। ਭੱਟਾਂ ਨੇ ਸਹਿਜ ਚੰਦੋਆ ਤਾਣਿਓ ਸੰਤੋਖ ਸਮਾਚਰਿਓ ਮਨ ਮਾਣਿਕ ਸੰਤੋਖਿਓ ਦੇ ਸ਼ਬਦ ਵਰਤੇ ਹਨ। ਪੰਜਵੇਂ ਪਾਤਸ਼ਾਹ ਦਾ ਸਮੁੱਚਾ ਜੀਵਨ ਇਹਨਾਂ ਕਥਨਾਂ ਦੀ ਵਿਆਖਿਆ ਹੀ ਹੈ। ਭਾਬੀਆਂ ਦੇ ਤਾਨੇ, ਸ਼ਰੀਕਾਂ ਦੇ ਮਿਹਣੇ, ਭਰਾਵਾਂ ਦੀ ਈਰਖਾ, ਪੁਰੋਹਿਤਾਂ ਦੀਆਂ ਚੁਗਲੀਆਂ, ਬ੍ਰਾਹਮਣਾਂ ਦਾ ਵੈਰ, ਹਕੂਮਤ ਦਾ ਅਤਾਬ ਅਤੇ ਹੋਰ ਰੁਕਾਵਟਾਂ ਨੇ ਇਸ ਪ੍ਰਮਾਣ ਪੁਰਖ ਨੂੰ ਝੁਕਣਾ ਡੋਲਣਾ ਤਾਂ ਇੱਕ ਪਾਸੇ ਝੁਰਨ ਤੱਕ ਨਾ ਦਿੱਤਾ। ਬਾਲਕ ਗੁਰੂ ਹਰਗੋਬਿੰਦ ਦੇ ਘਾਤ ਦੇ ਚਾਹਵਾਨਾ ਹੋਛੇ ਹਥਿਆਰ ਤੱਕ ਵਰਤੇ, ਪਰ ਗੁਰੂ ਜੀ ਨੇ ਕਿਸੇ ਨੂੰ ਮੰਦਾ ਤੱਕ ਨਾ ਆਖਿਆ। ਸਗੋਂ ਵੱਡਾ ਭਰਾ ਪ੍ਰਿਥੀ ਚੰਦ ਜਦ ਬਿਮਾਰ ਹੋ ਗਿਆ ਤਾਂ ਅਰਦਾਸ ਕੀਤੀ ਕਿ ਉਹ ਨਰੋਇਆ ਰਹੇ। ਸੱਚੀ ਗੱਲ ਤਾਂ ਇਹ ਹੈ ਕਿ ਸਭ ਵਿਰੋਧੀ ਤੱਤ ਤੱਤੇ ਸਨ। ਵੱਡਾ ਭਰਾ ਤੱਤਾ, ਮਹਾਦੇਵ ਜੀ ਤੱਤੇ, ਸ਼ਰੀਕਾ ਤੱਤਾ, ਸੁਲਹੀ ਤੱਤਾ, ਸੁਲਭੀ ਤੱਤਾ, ਅਮਾਨਤ ਖਾਨ ਤੱਤਾ, ਬੀਰਬਲ ਤੱਤਾ, ਖੁਰਮ ਤੱਤਾ, ਚੰਦੂ ਤੱਤਾ, ਭਗਤ ਕਾਹਨਾ ਤੱਤਾ, ਕੁਲੀ ਖਾਨ ਤੱਤਾ, ਮੁਰਤਜ਼ਾ ਖਾਨ ਤੱਤਾ, ਨਕਸ਼ਬੰਦੀ ਤੱਤੇ, ਮੁਜੱਦਦ ਤੱਤਾ, ਪਾਣੀ ਤੱਤਾ, ਰੇਤ ਤੱਤੀ, ਤਵੀ ਤੱਤੀ, ਦੇਗ ਤੱਤੀ, ਰੇਤ ਪਾਉਣ ਵਾਲਾ ਤੱਤਾ, ਜਹਾਂਗੀਰ ਤੱਤਾ। ਪਰ ਸਿਰਫ ਇੱਕ ਠੰਡਾ ਸੀ ਤਾਂ ਕੇਵਲ ਗੁਰੂ ਅਰਜਨ ਦੇਵ ਜੀ ਪਾਤਸ਼ਾਹ। ਪ੍ਰਮਾਣ ਪੁਰਖ ਸਦਾ ਨਿਰਮਲ ਹੈ। ਉਸ ਪਾਸ ਬੈਠਿਆਂ ਹੀ ਪਾਪ ਨਸਦੇ ਲੱਗਦੇ ਹਨ। ਇੰਜ ਲੱਗਦੇ ਹਨ ਜਿਵੇਂ ਇਸ਼ਨਾਨ ਹੋ ਰਿਹਾ ਹੈ। ਅਜੇ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਵੇਂ। ਉਸ ਦੇ ਕਰਮ ਵੀ ਨਿਰਮਲ ਹੁੰਦੇ ਹਨ। ਉਹ ਸਦਾ ਖੇੜੇ ਵਿੱਚ ਰਹਿੰਦਾ ਹੈ। ਸਾਰੀ ਸ੍ਰਿਸ਼ਟੀ ਨੂੰ ਸੱਜਣ ਕਰਕੇ ਜਾਣਦਾ ਹੈ। ਹੰਕਾਰ ਨੂੰ ਨੇੜੇ ਨਹੀਂ ਟੁਕਣ ਦਿੰਦਾ। ਹੁੰਦਾ ਸਭ ਤੋਂ ਉੱਚਾ ਹੈ, ਪਰ ਮਨ ਕਰਕੇ ਨੀਵਾਂ ਰਹਿੰਦਾ ਹੈ। ਮਤ ਉੱਚੀ ਅਤੇ ਮਨ ਨੀਵਾਂ ਰੱਖਣਾ ਉਸਦਾ ਸੁਭਾਅ ਹੁੰਦਾ ਹੈ। ਕਲਸਹਾਰ ਕਹਿੰਦੇ ਹਨ ਕਿ ਨਿਰਮਲ ਬੁੱਧੀ ਗੁਰੂ ਅਰਜਨ ਜੀ ਵਿੱਚ ਸਮਾਈ ਹੋਈ ਹੈ। ਬਿਮਲ ਬੁੱਧ ਸਤਿਗੁਰ ਸਮਾਣਿਓ ਅਹਵਮੇਵ ਨਿਵਾਰਨ ਮਹਾਦਾਨ ਬਾਸਨਾ ਤੇ ਬਾਹਰ ਦੇ ਹੋਰ ਸ਼ਬਦ ਹਨ ਜੋ ਭੱਟ ਵਰਤਦੇ ਰਹੇ ਹਨ। ਪੰਜਵੇਂ ਪਾਤਸ਼ਾਹ ਦਾ ਸਮੁੱਚਾ ਜੀਵਨ ਪ੍ਰਤੱਖ ਪ੍ਰਮਾਣ ਹੈ ਕਿ ਉਹਨਾਂ ਨੇ ਇਹਨਾਂ ਸਾਰੀਆਂ ਸਿਫਤਾਂ ਨੂੰ ਆਪਣਾ ਖਜ਼ਾਨਾ ਬਣਾਇਆ ਹੋਇਆ ਸੀ। ਭੱਟ ਹੰਸਾ ਨੇ ਰਤਨਾਂ ਦੀ ਪਰਖ ਇੱਕ ਚੋਗ ਵਿੱਚ ਕਰ ਲਈ। ਮਥੁਰਾ ਜੀ ਕਹਿੰਦੇ ਹਨ ਕਿ ਗੁਰੂ ਜੀ ਦੀ ਦ੍ਰਿਸ਼ਟੀ ਵਿੱਚੋਂ ਵੀ ਅੰਮ੍ਰਿਤ ਝਰਦਾ ਹੈ। ਉਹਨਾਂ ਦੇ ਸ਼ਬਦ ਵੀ ਅੰਮ੍ਰਿਤ ਹਨ। ਉਹਨਾਂ ਦਾ ਵਾਸਾ ਹਰ ਸਮੇਂ ਨਾਮ ਵਿੱਚ ਹੈ। ਪੂਰੇ ਵਿਰਾਗਵਾਨ ਹਨ। ਹਰੀ ਦੇ ਪਿਆਰ ਦੇ ਭਿੱਜੇ ਹੋਏ ਹਨ। ਕਲਸਹਾਰ ਜੀ ਵੀ ਇਹੀ ਹੀ ਫਰਮਾਉਂਦੇ ਹਨ ਕਿ ਸੂਰਮਾ ਗੁਰੂ ਬਚਨਾਂ ਨਾਲ ਅੰਮ੍ਰਿਤ ਦੀ ਵਰਖਾ ਕਰ ਰਿਹਾ ਹੈ। ਅਮਿਓ ਰਸਨਾ ਬਦਨ ਬਰਦਾਤ। ਫਿਰ ਭੱਟ ਕਹਿੰਦੇ ਹਨ ਕਿ ਗਿਆਨ ਨਾਲ ਗੁਰੂ ਜੀ ਦਾ ਜੀਵਨ ਚਮਕ ਰਿਹਾ ਹੈ। ਜਨ ਕਹਿ ਕਲਸ ਦੀਪਾਇਓ। ਗੁਰੂ ਅਰਜਨ ਜੀ ਹਰੀ ਤੋਂ ਵੱਖਰੇ ਨਹੀਂ ਹਨ। ਪੂਰਨ ਬ੍ਰਹਮ ਹਰੀ ਨੇ ਗੁਰੂ ਅਰਜਨ ਜੀ ਦੇ ਹਿਰਦੇ ਵਿੱਚ ਪ੍ਰਤੱਖ ਤੌਰ ਤੇ ਨਿਵਾਸ ਕੀਤਾ ਹੈ। ਪ੍ਰਤੱਛ ਹਿਰਦੇ ਗੁਰੂ ਅਰਜਨ ਕੇ ਹਰ ਪੂਰਨ ਬ੍ਰਹਮ ਨਿਵਾਸ ਲਿਓ। ਗੁਰੂ ਅਰਜਨ ਜੀ ਸਦਾ ਪਰਉਪਕਾਰ ਵਿੱਚ ਜੁਟੇ ਰਹਿੰਦੇ ਹਨ। ਸਭ ਕੁਝ
ਵੰਡੀ ਤੁਰੀ ਜਾਂਦੇ ਹਾਂ। ਮਹਾਦਾਨ ਸਤਿਗੁਰ ਗਿਆਨ ਮਨ ਚਾਉ ਨਾ ਹੁਟੇ। ਗੁਰੂ ਅਰਜਨ ਜੀ ਦਾ ਸੇਵਾ ਤੇ ਪਰਉਪਕਾਰ ਦਾ ਚਾਅ ਮੱਠਾ ਨਹੀਂ ਪੈਂਦਾ। ਸਭ ਨੂੰ ਸੁਖਾਲਾ ਰਾਹ ਦਰਸਾ ਰਹੇ ਹਨ। ਕਲਯੁਗ ਜਹਾਜ਼ ਅਰਜਨ ਗੁਰ। ਗੁਰੂ ਅਰਜਨ ਜੀ ਮਤ ਗੰਭੀਰ, ਦੂਰ ਦ੍ਰਿਸ਼ਟੀ ਵਾਲੇ, ਭਰਮ ਵਹਿਮ ਤੇ ਭਟਕਣਾ ਦੂਰ ਕਰਨ ਵਾਲੇ, ਭਰਮ ਭਾਂਤ ਦਹਿਣ ਖੇਲ ਗੁੜਾਇਓ ਅਚਰਜ ਭਏ ਭੰਜਨ ਤੇ ਅਪਾਰ ਹਨ। ਇਸ ਜਗਤ ਦੇ ਹਨੇਰੇ ਵਿੱਚ ਗੁਰੂ ਅਰਜਨ ਜੀ ਦੀ ਤਾਲੀਮ ਤੋਂ ਬਿਨਾਂ ਹੋਰ ਕੋਈ ਚਾਨਣਾ ਨਹੀਂ। ਘੋਰ ਸਮੁੰਦਰ ਵਿੱਚ ਉਹਨਾਂ ਦਾ ਨਾਮ ਹੀ ਚਾਨਣਾ ਹੈ। ਜੇ ਕੋਈ ਉਹਨਾਂ ਦੇ ਪੈਰ ਜਿਨ੍ਹਾਂ ਤੇ ਟੁਰੇਗਾ, ਭਾਈ ਪੂਰਨਿਆਂ ਤੇ ਲਿਖੇਗਾ, ਉਹ ਸਮੁੰਦਰ ਵਿੱਚ ਗੋਤੇ ਨਹੀਂ ਖਾਣ ਲੱਗਾ ਅਤੇ ਕਾਮਯਾਬ ਹੋ ਨਿਕਲੇਗਾ। ਹੇ ਜੀਵ, ਇਸ ਰਾਹ ਨੂੰ ਛੱਡ ਹੋਰ ਕਿਧਰੇ ਨਾ ਜਾਵੀਂ। ਜਗ ਔਰ ਨਾ ਜਾਹੀ ਮਹਾਤਮ ਮੈਂ, ਅਵਤਾਰ ਉਜਾਗਰ ਅਨਕਿਓ। ਤਿਨਕੇ ਦੁਖ ਕੋਟਿਕ ਦੂਰ ਗਏ, ਮਥੁਰਾ ਜਿਨ ਅੰਮ੍ਰਿਤ ਨਾਮ ਪੀਓ। ਇਹ ਪਦਤ ਤੇ ਮਨ ਚੂਕੇ ਰੇ ਮਨ, ਭੇਦ ਵਿਭੇਦ ਨਾ ਦਾਨ ਬਿਓ। ਆਦਰਸ਼ਕ ਮਨੁੱਖ ਪਰਮੇਸ਼ਰ ਤੁਲ ਹੀ ਹੁੰਦਾ ਹੈ। ਬ੍ਰਹਮ ਗਿਆਨੀ ਆ ਪਰਮੇਸ਼ਰ ਸੁਖਮਨੀ ਸਾਹਿਬ ਵਿੱਚ ਆਇਆ ਹੈ। ਭੱਟ ਵੀ ਇਹ ਹੀ ਕਹਿੰਦੇ ਹਨ ਕਿ ਜੋ ਹਰੀ ਪੈਦਾ ਨਹੀਂ ਹੁੰਦਾ, ਉਹ ਗੁਰੂ ਅਰਜਨ ਦੇ ਰੂਪ ਵਿੱਚ ਸੰਸਾਰ ਤੇ ਆਇਆ ਹੈ, ਕਿਉਂਕਿ ਪਰਮੇਸ਼ਰ ਵਾਲੀਆਂ ਸਾਰੀਆਂ ਸਿਫਤਾਂ ਉਹਨਾਂ ਵਿੱਚ ਸਨ। ਗੱਲ ਮੁਕਾਉਂਦੇ ਹੋਏ ਮਥੁਰਾ ਜੀ ਕਹਿੰਦੇ ਹਨ ਕਿ ਗੁਰੂ ਅਰਜਨ ਜੀ ਵਿਚਾਰ ਜੋਤ ਰੂਪ ਹੋ ਕੇ ਧਰਤੀ ਆਕਾਸ਼ 9 ਖੰਡਾਂ ਵਿੱਚ ਵਿਆਪ ਰਹੇ ਹਨ। ਸੋ ਇਹ ਗੱਲ ਸੰਸਾਰ ਤੱਕ ਪੁੱਜੀ ਕਿ ਗੁਰੂ ਅਰਜਨ ਜੀ ਸਾਖਿਆਤ ਅਕਾਲ ਪੁਰਖ ਹੈ, ਕੋਈ ਅੰਤਰ ਨਹੀਂ। ਭੱਟਾਂ ਨੇ ਜੋ ਡਿੱਠਾ ਉਹ ਦਰਸਾਇਆ। ਭਾਈ ਗੁਰਦਾਸ ਜੀ ਨੇ ਵੀ ਜੋ ਗੁਰੂ ਅਰਜਨ ਜੀ ਦਾ ਪ੍ਰਭਾਵ ਕਬੂਲਿਆ ਆਪਣੀਆਂ ਵਾਰਾਂ ਵਿੱਚ ਲਿਖਿਆ। ਵਾਰ 3 ਦੀ ਪੌੜੀ 12ਵੀਂ ਵਿੱਚ ਭਾਈ ਜੀ ਲਿਖਦੇ ਹਨ ਕਿ ਗੁਰੂ ਅਰਜਨ ਜੀ ਦੀ ਨਿਰਮਾਣ ਸੇਵਾ ਦੇਖ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਨਾਲ ਮਿਲਾ ਲਿਆ। ਗੁਰੂ ਅਰਜਨ ਕਰ ਸਿਓ ਢੋਇਆ ਢੋਇਆ ਅਤੇ ਫਿਰ ਉਹਨਾਂ ਨੂੰ ਉਹੀ ਰੌਸ਼ਨੀ ਬਖਸ਼ ਦਿੱਤੀ ਜਿਸ ਦੇ ਉਹ ਮਾਲਕ ਸਨ। ਇਹ ਇੰਜ ਹੋਇਆ ਜਿਵੇਂ ਇੱਕ ਜਗਦਾ ਦੀਵਾ ਆਪਣੀ ਲਾਟ ਨਾਲ ਦੂਜੇ ਨੂੰ ਪ੍ਰਜਵਲਿਤ ਕਰ ਦਿੰਦਾ ਹੈ। ਜੋਤੀ ਜੋਤ ਸਮੋਏ ਦੀਪ ਦਿਪਾਇਆ। ਫਿਰ ਭਾਈ ਗੁਰਦਾਸ ਜੀ ਨੇ 24ਵੀਂ ਵਾਰ ਦੀਆਂ 5 ਪੌੜੀਆਂ ਵਿੱਚ ਨੇੜਿਓਂ ਦੇਖੇ ਗੁਰੂ ਅਰਜਨ ਜੀ ਬਾਰੇ ਕੁਝ ਹੋਰ ਵਿਸਥਾਰ ਦਿੱਤਾ ਹੈ। ਇਹਨਾਂ ਪੌੜੀਆਂ ਰਾਹੀਂ ਗੁਰੂ ਅਰਜਨ ਦੇਵ ਜੀ ਦੀ ਸ਼ਖਸੀਅਤ ਤੇ ਇੱਕ ਨਵੇਕਲਾ ਚਾਨਣ ਪੈਂਦਾ ਹੈ ਅਤੇ ਨਿਰਾਲੀ ਸ਼ਬ ਉੱਭਰ ਕੇ ਸਾਹਮਣੇ ਆਉਂਦੀ ਹੈ। ਪੌੜੀ 18ਵੀਂ ਵਿੱਚ ਭਾਈ ਸਾਹਿਬ ਕਹਿੰਦੇ ਹਨ ਕਿ ਗੁਰੂ ਅਰਜਨ ਦੇਵ ਜੀ ਦੇ ਗੁਣਾਂ ਦਾ ਬਿਆਨ ਕਰਨਾ ਕਠਿਨ ਜਿਹਾ ਕੰਮ ਹੈ। ਉਹ ਮਾਇਆ ਤੋਂ ਉੱਚੇ ਹਨ, ਸ਼ਾਂਤ ਚਿੱਤ ਹਨ। ਚਿੰਤਾ ਵਾਲੀ ਸ਼ੈ ਉਹਨਾਂ ਦੇ ਨੇੜੇ ਨਹੀਂ ਆ ਸਕਦੀ। ਮੌਤ ਤੇ ਉਹਨਾਂ ਜਿੱਤ ਪ੍ਰਾਪਤ ਕਰ ਲਈ ਹੈ ਅਤੇ ਆਤਮਾ ਉੱਚੀ ਉਡਾਰੀ ਲਾ ਗਗਨਾਂ ਨੂੰ ਛੂਹ ਰਹੀ ਹੈ। ਅਲਖ ਨਿਰੰਜਨ ਆਖੀਏ ਅਕਲ ਅਜੋਨ ਅਕਾਲ ਅਪਾਰਾ। ਗੁਰੂ ਪੰਜਵੇਂ ਦੀ ਆਤਮਾ ਚੰਨ ਨਾਲੋਂ ਵੀ ਵੱਧ ਰੌਸ਼ਨ ਹੈ। ਠੀਕ ਗੱਲ ਤਾਂ ਇਹ ਹੈ ਕਿ ਸੂਰਜ ਨਾਲੋਂ ਵੀ ਵੱਧ ਚਮਕਦੀ ਹੈ। ਪਰਮਾਤਮਾ ਨੂੰ ਜੇ ਕੋਈ ਪਿਆਰਾ ਲੱਗ ਰਿਹਾ ਹੈ ਤਾਂ ਗੁਰੂ ਅਰਜਨ ਦੇਵ ਜੀ ਹੀ ਹਨ। ਇੱਧਰ ਗੁਰੂ ਅਰਜਨ ਦੇਵ ਜੀ ਸਦਾ ਵਾਹਿਗੁਰੂ ਦੇ ਨਾਮ ਵਿੱਚ ਲੀਨ ਰਹਿੰਦੇ ਹਨ। ਭਾਵ ਖਿੱਚ ਦੋਵਾਂ ਪਾਸੇ ਹੈ। ਵਾਹਿਗੁਰੂ ਦੀ ਜੋਤ ਉਹਨਾਂ ਵਿੱਚ ਜਗਮਗਾ ਰਹੀ ਹੈ। ਇਸ ਸਦਕਾ ਉਹ ਸਦਾ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ। ਹਰ ਕੋਈ ਜੋ ਵੀ ਉਹਨਾਂ ਦੇ ਦਰਸ਼ਨ ਕਰਦਾ ਹੈ, ਉਪਮਾ ਹੀ ਕਰਦਾ ਜਾਂਦਾ ਹੈ। ਜਗਮਗ ਜੋਤ ਨਿਰੰਤਰੀ, ਜਗ ਜੀਵਨ ਜਗ ਜੈ ਜੈਕਾਰਾ। ਹਰ ਕੋਈ ਗੁਰੂ ਜੀ ਦੀ ਆਤਮਿਕ ਉੱਚਤਾ ਨੂੰ ਦੇਖ ਸਿਰ ਝੁਕਾਉਂਦਾ ਹੈ। ਜਿਨ੍ਹਾਂ ਨੂੰ ਸੋਝੀ ਆ ਗਈ ਹੈ ਉਹ ਗੁਰੂ ਅਰਜਨ ਦੇਵ ਜੀ ਦੇ ਪੂਰਨਿਆਂ ਉੱਤੇ ਟੁਰ ਕੇ ਕਾਮਯਾਬ ਹੋ ਰਹੇ ਹਨ। ਨਮਸਕਾਰ। ਸੰਸਾਰ ਵਿੱਚ ਆਦਿ ਪੁਰਖ ਆਦੇਸ਼ ਉਧਾਰਾ। ਇੱਕ ਗੁਰੂ ਅਰਜਨ ਜੀ ਹਨ ਜਿਨ੍ਹਾਂ ਦੇ ਦੁਆਰੇ ਹਰ ਜਾਤੀ ਹਰ ਧਰਮ ਲਈ ਖੁੱਲ੍ਹੇ ਹਨ। ਹਰ ਵਰਨ ਦਾ ਪੁਰਸ਼ ਇਸਤਰੀ ਗੁਰੂ ਜੀ ਕੋਲੋਂ ਉਪਦੇਸ਼ ਲੈ ਜੀਵਨ ਜਾਂਚ ਸਿੱਖ ਰਿਹਾ ਹੈ। ਵੇਦਾਂ ਦੇ ਵਕਤਾ, ਸ਼ਾਸਤਰਾਂ ਦੇ ਗਿਆਤਾ, ਵੱਖ-ਵੱਖ ਅਕੀਦੇ ਰੱਖਣ ਵਾਲੇ ਵੀ ਉਹਨਾਂ ਦੀ ਪਾਵਨ ਸ਼ਖਸੀਅਤ ਵੱਲ ਖਿੱਚੇ ਚਲੇ ਆ ਰਹੇ ਹਨ ਅਤੇ ਸਿੱਖੀ ਦਾ ਆਨੰਦ ਮਾਣ ਆਚਾਰਵੰਤ ਹੋ ਰਹੇ ਹਨ। 4 ਵਰਨ 6 ਦਰਸ਼ਨਾ ਗੁਰਮੁਖ ਮਾਰਗ ਸੱਚ ਆਚਾਰਾ। ਜੋ ਉਹਨਾਂ ਪਾਸ ਆਉਂਦੇ ਹਨ, ਗੁਰੂ ਜੀ ਉਹਨਾਂ ਸਾਰਿਆਂ ਨੂੰ ਵਾਹਿਗੁਰੂ ਨਾਲ ਜੁੜਨ, ਜ਼ਿੰਦਗੀ ਦੇਣ ਲਈ ਹੈ, ਨਾ ਕਿ ਨਿੱਜ ਸਵਾਰਥ ਲਈ ਅਤੇ ਸਦਾ ਪਵਿੱਤਰ ਰਹਿਣ ਵਾਲਾ ਦੱਸ ਕੇ ਮਨ ਦੀ ਮੱਤ ਤੋਂ ਉਤਾਂਹ ਉੱਠ ਸੰਸਾਰ ਸਾਗਰ ਤੋਂ ਪਾਰ ਲੰਘਾ ਰਹੇ ਹਨ। 5ਵੇਂ ਪਾਤਸ਼ਾਹ ਨੇ ਆਪ ਸੱਚ ਪਛਾਣ ਲਿਆ ਹੈ ਅਤੇ ਉਸ ਸੱਚੇ ਦੀ ਘਾੜਤ ਘੜਨ ਦਾ ਵੱਲ ਦੱਸ ਕੇ ਲਕਾਈ ਨੂੰ ਸਿੱਧੇ ਰਾਹ ਪਾ ਰਹੇ ਹਨ।
ਨਾਮ ਦਾਨ ਇਸ਼ਨਾਨ ਦ੍ਰਿੜ ਗੁਰਮੁਖ ਭਏ ਭਗਤ ਨਿਸਤਾਰਾ ਗੁਰੂ ਅਰਜਨ ਸੱਚ ਸਿਰਜਣਹਾਰਾ। ਇਸੇ 24ਵੀਂ ਵਾਰ ਦੀ 19ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਗੁਰੂ ਅਰਜਨ ਜੀ ਗੁਰੂ ਨਾਨਕ ਦੀ ਪਾਵਨ ਗੱਦੀ ਤੇ ਬਿਰਾਜ ਕੇ ਆਪਣੇ ਬਜ਼ੁਰਗਾਂ ਦੀ ਦਿੱਤੀ ਰੌਸ਼ਨੀ ਨੂੰ ਸਭ ਪਾਸੇ ਫੈਲਾ ਰਹੇ ਹਨ ਅਤੇ ਸ਼ਬਦ ਦੇ ਚਾਨਣ ਨਾਲ ਹੀ ਅਟਕਿਆਂ ਭਟਕਿਆਂ ਨੂੰ ਰਾਹ ਦਰਸਾ ਰਹੇ ਹਨ। ਗੁਰੂ ਅਰਜਨ ਜੀ ਦਾ ਕੰਮ ਡਿੱਗਦੀਆਂ ਸੁਰਤਾਂ ਨੂੰ ਉੱਪਰ ਉਠਾ ਕੇ ਇੱਜ਼ਤ ਬਖਸ਼ਣਾ ਹੈ। ਤਖਤ ਬਖਤ ਲੈ ਮੱਲਿਆ ਸ਼ਬਦ ਸੁਰਤ ਵਪਾਰ ਸਪਤਾ। ਗੁਰੂ ਅਰਜਨ ਦੇਵ ਜੀ ਨੇ ਇੱਕ ਹੋਰ ਕਮਾਲ ਇਹ ਕੀਤਾ ਕਿ ਰੂਹਾਨੀਅਤ ਦਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਤਿਆਰ ਕੀਤਾ। ਐਸੀ ਰਹਿਮਤ ਕਰਕੇ ਵੀ ਉਹ ਚੁੱਪ ਨਹੀਂ ਬੈਠੇ, ਸਗੋਂ ਸਦਾ ਕੀਰਤਨ ਵਿੱਚ ਜੁਟੇ ਰਹਿੰਦੇ ਸਨ ਅਤੇ ਗੁਰਬਾਣੀ ਦੇ ਗੋਹਜ ਭਾਵ ਸੇਵਕਾਂ ਨੂੰ ਸਮਝਾਉਂਦੇ ਹਨ ਅਤੇ ਸਿੱਖਾਂ ਨੂੰ ਉਸੇ ਵਿੱਚ ਰੰਗੀ ਜਾਂਦੇ ਹਨ ਜਿਸ ਵਿੱਚ ਆਪ ਰੰਗੇ ਹੋਏ ਹਨ। ਗੁਰਬਾਣੀ ਭੰਡਾਰ ਭਰ ਕੀਰਤਨ ਕਥਾ ਰਹੇ ਰੰਗ ਰਤਾ। ਭਾਈ ਗੁਰਦਾਸ ਜੀ ਫਿਰ ਲਿਖਦੇ ਹਨ ਕਿ ਗੁਰੂ ਅਰਜਨ ਦੇਵ ਜੀ ਦੀ ਆਤਮਾ ਸਦਾ ਇੱਕ ਰਸ ਆਨੰਦ ਬਖੇਰਦੀ ਰਹਿੰਦੀ ਹੈ। ਇੰਜ ਲੱਗਦਾ ਹੈ ਕਿ ਜਿਵੇਂ ਅੰਮ੍ਰਿਤ ਦੀ ਇੱਕ ਧਾਰਾ ਨਿਰੰਤਰ ਵਹਿ ਰਹੀ ਹੈ। ਪੰਜਵੇਂ ਪਾਤਸ਼ਾਹ ਦਾ ਅੰਤਰਲਾ ਇੱਕ ਅਲੌਕਿਕ ਆਨੰਦ ਵਿੱਚ ਟਿਕਿਆ ਰਹਿੰਦਾ ਹੈ। ਗੁਰੂ ਦੀ ਕਾਮਯਾਬੀ ਦਾ ਰਾਹ ਕੋਈ ਤਪ ਤਪੱਸਿਆ ਨਹੀਂ ਦੱਸਦੇ, ਸਿਰਫ ਸਾਧ ਸੰਗਤ ਵਿੱਚ ਜੁੜਨ ਤੇ ਹੀ ਜ਼ੋਰ ਦਿੰਦੇ ਹਨ ਅਤੇ ਫਰਮਾਉਂਦੇ ਹਨ ਕਿ ਸੰਗਤ ਵਿੱਚੋਂ ਹੀ ਨਾਮ ਪਦਾਰਥ ਵਾਲਾ ਨਫੇ ਵਾਲਾ ਸੌਦਾ ਮਿਲਦਾ ਹੈ। ਉਹ ਇਤਨੇ ਨਿਰਮਾਣ ਹਨ ਕਿ ਕਦੇ ਨਿੱਜੀ ਪ੍ਰਕਾਸ਼ ਜਾਂ ਨਿੱਜ ਨਾਲ ਨਹੀਂ ਜੁੜਨ ਦੀ ਗੱਲ ਕਰਦੇ, ਸਾਧ ਸੰਗਤ ਦੀ ਮਹੱਤਤਾ ਹੀ ਦਰਸਾਉਂਦੇ ਹਨ। ਸਾਧ ਸੰਗਤ ਗੁਰਸਭਾ ਰਤਨ ਪਦਾਰਥ ਵਣਜ ਸਹਤਾ। ਪੰਜਵੇਂ ਨਾਨਕ ਦੀ ਪਾਵਨ ਸ਼ਖਸੀਅਤ ਸੱਚ ਦਾ ਪ੍ਰਕਾਸ਼ ਹੈ। ਉਹਨਾਂ ਦੀ ਰੂਹਾਨੀ ਸਲਤਨਤ ਦੀ ਛਾਪ ਵੀ ਸੱਚ ਹੈ। ਸੱਚ ਹੀ ਉਹਨਾਂ ਦੀ ਤਾਕਤ ਹੈ, ਸ਼ਕਤੀ ਹੈ। ਸੱਚ ਹੀ ਉਹ ਪ੍ਰਚਾਰਦੇ ਹਨ। ਭਾਵੇਂ ਉਸ ਲਈ ਕਿਤਨੇ ਦੁਖੜੇ ਝੱਲਣੇ ਪੈਣ। ਜਗਤ ਦੇ ਸਾਰੇ ਰਾਜ ਤਾਂ ਮੁੱਕ ਜਾਣਗੇ, ਪਰ ਗੁਰੂ ਜੀ ਦਾ ਸਾਜਿਆ ਸੱਚ ਰਾਜ ਸਦਾ ਸਥਿਰ ਹੈ ਅਤੇ ਇਹ ਸਦਾ ਸ੍ਰੇਸ਼ਟ ਰਹੇਗਾ। ਸੱਚ ਨਿਸ਼ਾਨ ਦੀਵਾਨ ਸੱਚ, ਸੱਚ ਤਾਣ ਸੱਚ ਮਾਣ ਮਹੱਤਾ, ਅਬਚਲ ਰਾਜ ਹੋਇਆ ਸਨਖਤਾ। ਇਸੇ ਵਾਰ ਦੀ ਅਗਲੀ 20ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਹੋਰ ਉਪਮਾ ਤੇ ਪ੍ਰਤਿਭਾ ਦਰਸਾਉਂਦੇ ਕਹਿੰਦੇ ਹਨ ਕਿ ਗੁਰੂ ਜੀ ਦੀ ਐਸੀ ਆਭਾ ਹੈ ਕਿ ਉੱਤਰ ਦੱਖਣ ਪੂਰਬ ਅਤੇ ਪੱਛਮ ਚਾਰੇ ਦਿਸ਼ਾਵਾਂ ਤੋਂ ਸੱਚ ਦੇ ਢੰਡਾਊ ਅਨੇਕਾਂ ਦੀ ਗਿਣਤੀ ਵਿੱਚ ਗੁਰੂ ਅਰਜਨ ਜੀ ਵੱਲ ਖਿੱਚੇ ਤੁਰੇ ਆ ਰਹੇ ਹਨ ਅਤੇ ਉਹਨਾਂ ਦਾ ਸਿੱਖ ਹੋਣ ਤੇ ਸਿੱਖੀ ਲੈਣ ਲਈ ਬੇਨਤੀਆਂ ਕਰ ਰਹੇ ਹਨ। ਸਿੱਖ ਜਥੇਬੰਦੀ ਉਹਨਾਂ ਐਸੀ ਮੁਕੰਮਲ ਕਰ ਦਿੱਤੀ ਹੈ ਕਿ ਹਰ ਇੱਕ ਸਵਾਲ ਦਾ ਉੱਤਰ ਉਹਨਾਂ ਪਾਸ ਹੈ। ਜੋ ਵੀ ਇਸ ਵਿੱਚ ਸ਼ਾਮਿਲ ਹੁੰਦਾ ਹੈ ਉਸ ਦੀਆਂ ਨਾ ਸਿਰਫ ਸਰੀਰਕ ਲੋੜਾਂ ਪੂਰੀਆਂ ਹੁੰਦੀਆਂ ਹਨ, ਸਗੋਂ ਆਤਮਿਕ ਭੁੱਖ ਦੂਰ ਹੁੰਦੀ ਹੈ। ਰੂਹ ਨੂੰ ਸ਼ਬਦ ਦੀ ਖੁਰਾਕ ਇੱਥੋਂ ਮਿਲਦੀ ਹੈ। ਲੰਗਰ ਚਲੇ ਗੁਰ ਸ਼ਬਦ ਪੂਰੇ ਪੂਰੀ ਬਣੀ ਬਣਤਾ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਦੋਵੇਂ ਹਾਲਤ ਅਤੇ ਪਲਤ ਦੇ ਪੱਖ ਪੂਰਨ ਕਰਕੇ ਮਾਇਆ ਵਿੱਚ ਹੀ ਉਦਾਸ ਕਰਕੇ ਕਲਯੁਗ ਵਿੱਚ ਇੱਕ ਨਹੀਂ ਅਸੰਖ ਹੀ ਜਨਕ ਪੈਦਾ ਕਰ ਦਿੱਤੇ ਹਨ। ਹਰ ਸਿੱਖ ਹੀ ਜਨਕ ਰੂਪ ਹੈ। ਹਰ ਸਿੱਖ ਪਰਉਪਕਾਰੀ ਦੀ ਮੂਰਤ ਹੈ। ਸਹਿਜ ਵਿੱਚ ਵਿਚਰ ਰਿਹਾ ਹੈ, ਗੁਰਮਤਿ ਦੇ ਰਾਹ ਤੇ ਤੁਰ ਰਿਹਾ ਹੈ। ਸਿੱਖਾਂ ਨੂੰ ਸੁੱਖਾਂ ਦਾ ਖਜ਼ਾਨਾ ਮਿਲ ਗਿਆ ਹੈ ਅਤੇ ਮੁਕਤੀ ਪੈਰ ਚੁੰਮ ਰਹੀ ਹੈ। ਪੌੜੀ 21ਵੀਂ ਵਿੱਚ ਭਾਈ ਜੀ ਲਿਖਦੇ ਹਨ ਕਿ ਦੁੱਖ ਵਿੱਚ ਗੁਰੂ ਅਰਜਨ ਦੇਵ ਜੀ ਕਦੇ ਝੂਰਦੇ ਨਹੀਂ ਅਤੇ ਖੁਸ਼ੀ ਵਿੱਚ ਹੱਦ ਬੰਨ੍ਹਣਾ ਟੱਪਦੇ ਨਹੀਂ, ਸਦਾ ਸਹਿਜ ਵਿੱਚ ਰਹਿੰਦੇ ਹਨ। ਇਤਨੀ ਖਿੱਚਮਈ ਉਹਨਾਂ ਦੀ ਸ਼ਖਸੀਅਤ ਹੈ ਕਿ ਇੱਕ ਤੱਕਣੀ ਨਾਲ ਹੀ ਦੂਜੇ ਨੂੰ ਵਸ ਕਰ ਲੈਂਦੇ ਹਨ। ਸੰਸਾਰੀ ਖਾਹਿਸ਼ਾਂ ਨੂੰ ਕਦੇ ਵੀ ਉਹਨਾਂ ਨੇ ਸਾਰੀ ਜ਼ਿੰਦਗੀ ਆਪਣੇ ਉੱਤੇ ਕਾਬੂ ਨਹੀਂ ਪੈਣ ਦਿੱਤਾ। ਭੈ ਉਹਨਾਂ ਦੇ ਲਾਗੇ ਨਹੀਂ, ਗੁੱਸੇ ਵਿੱਚ ਉਹਨਾਂ ਨੂੰ ਕਦੇ ਕਿਸੇ ਦੇਖਿਆ ਨਹੀਂ। ਗ੍ਰਹਿਸਤੀ ਹੁੰਦਿਆਂ ਹੋਇਆਂ ਵੀ ਮਾਇਆ ਉਹਨਾਂ ਨੂੰ ਗ੍ਰਸ ਨਹੀਂ ਸਕੀ। ਖੇਮਾ ਰੂਪ ਉਹਨਾਂ ਦਾ ਸੁਭਾਅ ਹੈ ਅਤੇ ਸਬਰ ਸੰਤੋਖ ਅਤੇ ਸ਼ਾਂਤੀ ਦੀ ਉਹ ਮੂਰਤ ਹਨ। ਰਸ ਕਸ ਰੂਪ ਨਾ ਰੇਖ ਵਿੱਚ ਰਾਗ ਰੰਗ ਨਿਰਲੇਪ ਰਹਿੰਦਾ। ਸੱਚੀ ਗੱਲ ਤਾਂ ਇਹ ਹੈ ਕਿ ਕੋਈ ਵਿਚਾਰ ਅਕਲ ਸ਼ਕਤ ਬੋਲ ਜਾਂ ਲੇਖ ਉਹਨਾਂ ਦਾ ਵਰਣਨ ਨਹੀਂ ਕਰ ਸਕਦਾ। ਉਹ ਅਪਹੁੰਚ ਹਨ, ਅਗੋਚਰ ਹਨ। ਗੋਸ਼ਟ ਗਿਆਨ ਅਗੋਚਰਾ ਬੁੱਧ ਬਲ ਬਚਨ ਵਿਵੇਕ ਨ ਛੰਦਾ। ਐਸੇ ਪਾਵਨ ਸੁਭਾਅ ਤੇ ਦ੍ਰਿੜ ਕਰਮ ਵਾਲੇ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਵਿਖੇ ਦਿਗਾਂ ਵਿੱਚ ਉਬਾਲੇ ਖਾ ਕੇ ਤਤੀਆਂ ਤਵੀਆਂ ਤੇ ਬੈਠ ਗਰਮ ਰੇਤਾ ਸੀਸ ਉੱਤੇ ਪਵਾ ਆਪਣੇ ਹੀ ਸੁਭਾਵਿਕ ਆਖੇ ਸ਼ਬਦਾਂ ਨੂੰ ਅਮਲੀ ਜਾਮਾ ਪਹਿਨਾਇਆ ਜੋ ਉਹਨਾਂ ਲਾਹੌਰ ਸ਼ਾਦੀ ਉੱਤੇ ਜਾਣ ਵੇਲੇ ਆਖੇ ਸਨ। ਸ਼ਬਦ ਸਨ, ਪਿਤਾ ਜੀ
ਜਿੱਥੇ ਜਾਨ ਖਤਰੇ ਵਿੱਚ ਪਵੇ ਬੇਸ਼ੱਕ ਉੱਥੇ ਜਾਣ ਦੀ ਆਗਿਆ ਕਰੋ, ਉਸ ਵਿੱਚ ਢਿੱਲ ਨਹੀਂ ਕਰਾਂਗਾ। ਉਹਨਾਂ ਦੋਖੀਆਂ ਦੇ ਤਸੀਹੇ ਸਹਾਰੇ, ਪਰ ਨਾ ਸ਼ਿਕਵਾ ਕੀਤਾ ਅਤੇ ਨਾ ਹੀ ਕੋਈ ਸ਼ਿਕਾਇਤ। ਦੇਗ ਵਿੱਚ ਉਬਾਲਾ ਖਾਂਦੇ ਹੋਏ ਵੀ ਉਹਨਾਂ ਵਾਹਿਗੁਰੂ ਤੋਂ ਸਿਵਾ ਕਿਸੇ ਹੋਰ ਨੂੰ ਚਿੱਤ ਵਿੱਚ ਨਾ ਆਉਣ ਦਿੱਤਾ। ਐਸੇ ਗੁਰੂ ਅਰਜਨ ਦੇਵ ਜੀ ਤੋਂ ਸਿਵਾਏ ਸਦਕੇ ਜਾਣ ਤੋਂ ਹੋਰ ਕੋਈ ਰਾਹ ਵਡਿਆਈ ਕਰਨ ਦਾ ਨਹੀਂ। ਭਾਈ ਨੰਦ ਲਾਲ ਜੀ ਵੀ ਇੱਕ ਪ੍ਰਕਾਰ ਦੇ ਸਮਕਾਲੀ ਹੀ ਹਨ। ਉਹਨਾਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ, ਜਿਨ੍ਹਾਂ ਵਿੱਚ ਗੁਰੂ ਅਰਜਨ ਦੇਵ ਜੀ ਦੀ ਜੋਤ ਸਮਾਈ ਹੋਈ ਸੀ। ਜੋਤ ਵਿਗਾਸ ਵਿੱਚ ਭਾਈ ਨੰਦ ਲਾਲ ਜੀ ਲਿਖਦੇ ਹਨ ਕਿ ਉਹ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਉਹ ਹੀ ਗੁਰੂ ਨਾਨਕ ਆਮਦ ਨਾਰਾਇਣ ਸਰੂਪ ਹੈ। ਗੁਰੂ ਅਰਜਨ ਪ੍ਰਤੱਖ ਹਰ ਹਨ। ਉਹਨਾਂ ਦੀ ਸ਼ਹਾਦਤ ਨਾਲ ਜ਼ੁਲਮ ਦੀ ਜੜ ਪੁੱਟ ਦਿੱਤੀ ਗਈ ਹੈ, ਇਨਸਾਫ ਦਾ ਸਿਰ ਉੱਚਾ ਹੋਇਆ ਹੈ ਅਤੇ ਜ਼ੁਲਮ ਅਤੇ ਵਧੀਕੀ ਦਾ ਦਿਲ ਸੜ ਸੁਆਹ ਹੋਇਆ। ਜਿਵੇਂ ਸੱਤਾ ਬਲਵੰਡ ਜੀ ਨੇ ਕਿਹਾ ਸੀ, ਕਲਯੁਗ ਵਿੱਚ ਸਤਯੁਗ ਦਾ ਵਰਤਾਰਾ ਕੀਤਾ ਹੈ, ਇਸੇ ਤਰ੍ਹਾਂ ਭਾਈ ਨੰਦ ਲਾਲ ਜੀ ਕਹਿੰਦੇ ਹਨ ਕਿ ਕਲਯੁਗ ਵਿੱਚ ਉਸ ਨੇ ਫਿਰ ਸਤਯੁਗ ਕੁਝ ਇਸ ਤਰ੍ਹਾਂ ਲੈ ਕੇ ਆਂਦਾ ਹੈ ਕਿ ਛੋਟੇ ਵੱਡੇ ਸਾਰੇ ਹੀ ਸੱਚ ਦੇ ਉਪਾਸਕ ਬਣ ਗਏ ਹਨ। ਭਾਈ ਨੰਦ ਲਾਲ ਜੀ ਪੰਜਵੀਂ ਪਾਤਸ਼ਾਹੀ ਦੇ ਸਿਰਲੇਖ ਗੰਜਨਾਮਾ ਵਿੱਚ ਲਿਖਦੇ ਹਨ ਕਿ ਪੰਜਵੀਂ ਪਾਤਸ਼ਾਹੀ ਰੱਬੀ ਨੂਰ ਦੀਆਂ ਚੌਹਾਂ ਮਿਸਾਲਾਂ ਦੀ ਲੋ ਨੂੰ ਚਮਕਾਉਣ ਵਾਲੀ ਹੈ। ਆਪਣੀ ਅਖਲਾਕੀ ਉੱਚਤਾ ਕਰਕੇ ਉੱਚੇ ਸਥਾਨ ਤੇ ਰੁਤਬੇ ਵਾਲੇ, ਉਚੇਰੀ ਰੱਬੀ ਸ਼ਾਨ ਸ਼ੌਕਤ ਵਾਲੇ, ਸੱਚ ਦੇ ਪਾਲਣਹਾਰੇ ਅਤੇ ਵੱਡੀ ਵਡਿਆਈ ਦਾ ਪ੍ਰਸਾਰ ਕਰਨ ਵਾਲੇ ਪੰਜਾਂ ਪਵਿੱਤਰ ਗਿਣੀਆਂ ਜਾਣ ਵਾਲੀਆਂ ਸ਼੍ਰੇਣੀਆਂ ਨਾਲੋਂ ਕਿਤੇ ਵਡੇਰਾ ਹੈ। ਗੁਰੂ ਅਰਜਨ ਦੇਵ ਜੀ ਉਚੇਰੀ ਦਰਗਾਹ ਦਾ ਲਾਡਲਾ ਅਤੇ ਬੇਨਜ਼ੀਰ ਦਰਬਾਰ ਦਾ ਪਿਆਰਾ ਹੈ। ਉਹ ਰੱਬ ਵਿੱਚ ਹੈ ਅਤੇ ਰੱਬ ਉਸ ਦੀ ਜਾਤ ਵਿੱਚ ਹੈ। ਪੁੱਜੇ ਹੋਏ ਲੋਕ ਵੀ ਉਸ ਦੀ ਧੂੜ ਲੈਣ ਲਈ ਤਰਸਦੇ ਹਨ। ਫਿਰ ਭਾਈ ਸਾਹਿਬ ਅਰਜਨ ਦੇ ਹਰ ਅੱਖਰ ਨੂੰ ਲੈ ਕੇ ਵਡਿਆਈ ਕਰਦੇ ਹਨ ਕਿ ਸੰਸਾਰ ਨੂੰ ਇੱਕ ਲੜੀ ਵਿੱਚ ਪਰੋਈ ਰੱਖਣ ਵਾਲੀ ਰੱਬ ਦੀ ਏਕਤਾ ਨੂੰ ਦਰਸਾਉਣ ਵਾਲੇ ਅਰਜਨ ਨਾਮ ਦਾ ਅਲਿਫ ਹਰ ਨਿਰਾਸੇ ਤੇ ਤਿਰਕਾਰੇ ਨੂੰ ਸਹਾਇਤਾ ਦੇਣ ਵਾਲਾ ਹੈ ਅਤੇ ਉਸ ਦੇ ਨਾਮ ਦੀ ਖੁਸ਼ੀ ਵਧਾਉਣ ਵਾਲੀ ਰੇ ਹਰ ਥੱਕੇ ਟੁੱਟੇ ਨਿਮਾਣੇ ਦਾ ਮਿੱਤਰ ਹੈ। ਉਸ ਦੀ ਰੱਬੀ ਸੁਗੰਧੀ ਵਾਲੀ ਜੀਮ ਪੱਕੇ ਸਿਦਕਵਾਨ ਹੀ ਰੂਹ ਨੂੰ ਤਾਜ਼ਗੀ ਬਖਸ਼ਣ ਵਾਲੀ ਹੈ ਅਤੇ ਬਖਸ਼ਿਸ਼ ਦਾ ਸਾਥੀ ਨੂਨ ਸ਼ਰਧਾਵਾਨਾਂ ਨੂੰ ਨਿਵਾਜਣ ਵਾਲਾ ਹੈ। ਹੋਰ ਵਡਿਆਈਆਂ ਕਰਦੇ ਕਹਿੰਦੇ ਹਨ ਕਿ ਗੁਰੂ ਅਰਜਨ ਜੀ ਬਖਸ਼ਿਸ਼ ਅਤੇ ਵਡਿਆਈ ਦਾ ਰੂਪ ਹੈ, ਰੱਬੀ ਸ਼ਾਨ ਦੀ ਅਸਲੀਅਤ ਦਾ ਢੂੰਡਣਹਾਰਾ ਹੈ। ਉਸ ਦਾ ਸਾਰਾ ਵਜੂਦ ਰੱਬੀ ਰਹਿਮਤ ਦਾ ਝਲਕਾਰਾ ਹੈ ਅਤੇ ਸਦੀਵੀ ਨੇਕ ਗੁਣਾਂ ਨੂੰ ਵਧਾਉਣ ਵਾਲਾ ਹੈ। ਦੋ ਜਹਾਨ ਕੀ ਲੱਖਾਂ ਹੀ ਉਸ ਦੇ ਮੁਰੀਦ ਹਨ, ਸਾਰੇ ਹੀ ਉਸ ਦੀ ਮਿਹਰ ਤੇ ਅੰਮ੍ਰਿਤ ਰੂਪੀ ਘੁੱਟ ਪੀਣ ਵਾਲੇ ਹਨ। ਰੱਬੀ ਵਿਚਾਰ ਵਾਲੀ ਬਾਣੀ ਉਸ ਤੋਂ ਉਤਰਦੀ ਹੈ। ਸਿਦਕ ਭਰੋਸੇ ਵਾਲੇ ਗਿਆਨ ਭਰਪੂਰ ਸ਼ਬਦ ਵੀ ਉਸ ਦੇ ਹਨ। ਰੱਬੀ ਗਿਆਨ ਗੋਸ਼ਟ ਨੂੰ ਉਸ ਤੋਂ ਚਮਕ ਦਮਕ ਪ੍ਰਾਪਤ ਹੈ। ਰੱਬੀ ਹੁਸਨ ਨੂੰ ਉਸ ਤੋਂ ਨਿਖਾਰ ਅਤੇ ਖੇੜਾ ਆਉਂਦਾ ਹੈ। ਭਾਈ ਸੰਤੋਖ ਸਿੰਘ ਜੀ ਨੇ ਵੀ ਇਸੇ ਸੁਰ ਵਿੱਚ ਲਿਖਿਆ ਹੈ, ਐਸਾ ਅਚਰਜ ਰੂਪ ਧਾਰ ਕੇ ਗੁਰੂ ਅਰਜਨ ਜੀ ਜਗਤ ਵਿੱਚ ਆ ਕੇ ਪ੍ਰਕਾਸ਼ ਦੇ ਰਹੇ ਹਨ ਕਿ ਪ੍ਰਮਾਣ ਨਹੀਂ ਜਾਣਿਆ ਜਾ ਸਕਦਾ ਕਿ ਆਪਣੇ ਪ੍ਰਕਾਸ਼ ਦਾ ਕਿਤਨਾ ਕੁ ਵਿਸਥਾਰ ਹੈ। ਆਪਣੇ ਦਾਸਾਂ ਦੀਆਂ ਅਰਜ਼ਾਂ ਸੁਣ ਕੇ ਉਹਨਾਂ ਨੂੰ ਮਨ ਮੰਗੀ ਮੁਰਾਦ ਦਾ ਦਾਨ ਦਿੰਦੇ ਹਨ। ਮੋਹ ਨੂੰ ਮਾਰਨ ਲਈ ਗੁਰੂ ਅਰਜਨ ਜੀ ਦੇ ਵਾਕ ਅਰਜਨ ਦੇ ਤੀਰਾਂ ਵਾਂਗ ਹਨ। ਜੋ ਸ਼ਤਰੂ ਆਪ ਦੇ ਦਾਸ ਹੋ ਗਏ, ਉਹਨਾਂ ਨੇ ਮੁਕਤੀ ਦੇ ਸਾਰੇ ਪਦ ਪ੍ਰਾਪਤ ਕਰ ਲਏ। ਜਿੱਥੇ ਵੀ ਦੈਵੀ ਕੰਮਾਂ ਨੂੰ ਅਟਕਾਂ ਪਈਆਂ, ਆਪ ਜੀ ਦਾ ਪਾਵਨ ਸਰੀਰ ਇਉਂ ਉਖੇੜ ਦੇਣ ਵਾਲਾ ਹੋ ਕੇ ਲੱਗਾ ਜਿਵੇਂ ਕ੍ਰਿਸ਼ਨ ਦਾ ਸਰੀਰ ਯਮਲਾ ਰਜਨ ਨੂੰ ਲੱਗਾ ਸੀ। ਇਹ ਦੋ ਬ੍ਰਿਸ਼ ਸਨ ਜਿਨ੍ਹਾਂ ਨਾਲ ਯਸ਼ੋਦਾ ਨੇ ਕ੍ਰਿਸ਼ਨ ਜੀ ਨੂੰ ਬੰਨ੍ਹਿਆ ਸੀ ਅਤੇ ਉਹਨਾਂ ਉਖੇੜ ਸੁੱਟੇ ਸਨ। ਕਹਿੰਦੇ ਹਨ ਕਿ ਇਹ ਕੋਈ ਦਰਖਤ ਨਹੀਂ ਸਨ, ਕੁਬੇਰ ਦੇ ਪੁੱਤਰ ਸਨ ਜੋ ਮਦ ਪੀ ਕੇ ਖਰੂਦ ਮਚਾਉਂਦੇ ਸਨ ਅਤੇ ਨਾਰਦ ਨੇ ਜੜ ਕਰ ਦਿੱਤਾ ਸੀ। ਭਾਵ ਮਾਇਆ ਮਦ ਵਿੱਚ ਮੱਤਿਆਂ ਨੂੰ ਗੁਰੂ ਜੀ ਉਖੇੜ ਸੁੱਟਦੇ ਹਨ। ਗਿਆਨੀ ਗਿਆਨ ਸਿੰਘ ਜੀ ਨੇ ਅਰਜਨ ਸ਼ਬਦ ਦੀ ਟੇਕ ਲੈ ਕੇ ਖੂਬ ਲਿਖਿਆ ਹੈ ਕਿ ਗੁਰੂ ਅਰਜਨ ਜੀ ਦਾ ਕੋਈ ਪਾਰਾਵਾਰ ਨਹੀਂ। ਉਹ ਲਿਖਦੇ ਹਨ, ਦੇਵਤਿਆਂ ਦੇ ਕਲਪ ਬ੍ਰਿਸ਼ ਵਾਂਗ ਕਾਮਨਾ ਪੂਰੀਆਂ ਕਰਨ ਵਾਲੇ ਅਤੇ ਦਾਸਾਂ ਦੇ ਸੇਵਨ ਯੋਗ ਹਨ। ਕਊ ਬ੍ਰਿਸ਼ ਵਰਗੇ ਹਨ, ਮਨੋਰਥ ਨੂੰ ਪੂਰਨ ਕਰਨ ਵਾਲੇ ਹਨ, ਜਿਨ੍ਹਾਂ ਦੇ ਗੁਣਾਂ ਦੀ ਚੌੜਾਈ ਅਤੇ ਲੰਬਾਈ ਮਾਪੀ ਨਹੀਂ ਜਾ ਸਕਦੀ। ਉਦਮ ਦੇ ਮੁੱਢ ਹਨ, ਵੈਰੀ ਜਨਾਂ ਲਈ ਦੁਖਦਾਈ ਪਰ ਸ਼ੁੱਧ ਅੰਥਾ ਕਰਨ ਵਾਲਿਆਂ ਲਈ ਸੁੰਦਰ ਸਰੂਪ ਹਨ। ਸਾਧ ਸੰਗਤ ਰੂਪੀ ਮਾਨ ਸਰੋਵਰ ਦੇ ਉਜਲ ਹੰਸ ਹਨ। ਅਰਜਨ ਦੇ ਤੀਰਾਂ ਵਰਗੀ ਬਾਣੀ ਦੇ ਬੱਦਲ ਵਾਂਗ ਵਰਖਾ ਕਰਕੇ ਕਾਮਾਦਾਇਕ ਵੈਰੀ
ਜਨਾਂ ਨੂੰ ਚੂਰਨ ਕਰ ਦਿੰਦੇ ਹਨ। ਉਹਨਾਂ ਦੇ ਅਨੇਕਾਂ ਨਿਰਮਲ ਗੁਣ ਹਨ ਅਤੇ ਉਹ ਪਰਾਏ ਜਨਾਂ ਦੀਆਂ ਬੇਨਤੀਆਂ ਨੂੰ ਸੁਣਨਾ ਵੀ ਆਪਣਾ ਜ਼ਰੂਰੀ ਫਰਜ਼ ਸਮਝਦੇ ਹਨ। ਅਰਜਨ ਦੇਵ, ਅਰਜਨ ਸੇਵ, ਅਰਜਨ ਜੇਬ, ਅਰਜਨ ਪੂਰੇ, ਅਰਜਨ ਤੁਲ, ਅਰਜਨ ਮੁਲ, ਅਰਜਨ ਸੂਲਦ, ਅਰਜਨ ਰੂਰੇ, ਅਰਜਨ ਮਾਨਸ, ਅਰਜਨ ਬਾਨਿਸ, ਅਰਜਨ ਠਾਰਨ, ਅਰਜਨ ਚੂਰੇ, ਤਾਂ ਗੁਰੂ ਅਰਜਨ ਕੇ ਗੁਣ ਅਰਜਨ, ਅਰਜਨ ਫਰੀਜਨ ਫਰਜ਼ ਜ਼ਰੂਰੇ। ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਗੁਰੂ ਅਰਜਨ ਦੇਵ ਜੀ ਦੀ ਗੁਰਿਆਈ ਸਮੇਂ ਹੀ ਸਿੱਖੀ ਨੇ ਇੱਕ ਅਥਾਹ ਉੱਨਤੀ ਕੀਤੀ। ਗ੍ਰੀਨਲੀਜ਼ ਨੇ ਆਪਣੀ ਪੁਸਤਕ ਦੀ ਗੌਸਪਲ ਆਫ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਹੀ ਸੁੰਦਰ ਸ਼ਬਦਾਂ ਵਿੱਚ ਲਿਖਿਆ ਹੈ ਕਿ ਜਿਸ ਤਰ੍ਹਾਂ ਉਮਰ ਬਿਨ ਖਿਤਾਬ ਦੀ ਸ਼ਖਸੀਅਤ ਮੁਸਲਮਾਨਾਂ ਨੂੰ ਪਿਆਰੀ ਹੈ, ਇਸੇ ਤਰ੍ਹਾਂ ਗੁਰੂ ਅਰਜਨ ਸਿੱਖਾਂ ਨੂੰ ਪਿਆਰਾ ਹੈ। ਗੁਰੂ ਅਰਜਨ ਦੇਵ ਜੀ ਇੱਕ ਵੱਡੇ ਨੀਤੀਵੇਤਾ, ਸ਼ਾਂਤ ਸੁਭਾਅ ਵਾਲੇ ਜਥੇਦਾਰ, ਚਿੰਤਕ ਅਤੇ ਉੱਚ ਕੋਟੀ ਦੇ ਕਵੀ ਸਨ। ਵੱਡੇ ਭਰਾਵਾਂ ਦੇ ਗੁਸੈਲ ਸੁਭਾਅ ਸਾਹਮਣੇ ਉਹਨਾਂ ਦਾ ਸਦਾ ਨਿਮਰ ਰਹਿਣਾ ਅਤੇ ਮਿੱਠ ਬੋਲੜਾ ਹੋਣਾ ਹੀ ਉਹਨਾਂ ਦੀ ਵਡਿਆਈ ਦਰਸਾਉਣ ਲਈ ਕਾਫੀ ਹੈ। ਉਹਨਾਂ ਦੀ ਬਾਣੀ ਇੱਕ ਵਹਿੰਦੇ ਰੂਹਾਨੀ ਚਸ਼ਮੇ ਵਾਂਗ ਹੈ, ਜਿਸ ਦੀ ਸੁਰੀਲੀ ਸੁਰ ਹਰ ਕਿਸੇ ਨੂੰ ਮੋਹ ਲੈਂਦੀ ਹੈ। ਬੋਲੀ ਖੂਬ ਸਰਲ ਰੱਖਦੇ ਹਨ, ਕਿਧਰੇ ਵੀ ਅਸਪਸ਼ਟਤਾ ਨਹੀਂ, ਬਾਰ-ਬਾਰ ਦੁਹਰਾਇਆ ਵੀ ਉਹ ਨਿੱਤ ਨਵੀਂ ਲੱਗਦੀ ਹੈ। ਉਹਨਾਂ ਦੀ ਬਾਣੀ ਦੀ ਇੱਕ ਟੇਕ ਅਟੁੱਟ ਪ੍ਰੇਮ, ਭਗਤੀ ਅਤੇ ਚਿਰ ਵਿਛੋੜੇ ਦੀ ਕਸਕ, ਬਾਦ ਪਿਆਰੇ ਦੇ ਮਿਲਾਪ ਦਾ ਸੁਆਦ ਹੈ। ਡਾਕਟਰ ਗੋਕਲ ਚੰਦ ਨਾਰੰਗ ਨੇ ਵੀ ਇਹ ਹੀ ਲਿਖਿਆ ਹੈ ਕਿ ਹੁਣ ਲੋਕਾਂ ਸਾਹਮਣੇ ਉਹ ਗੁਰ ਵਿਅਕਤੀ ਆਇਆ ਜੋ ਜਨਮਤ ਕਵੀ, ਅਮਲੀ ਚਿੰਤਕ, ਵੱਡਾ ਜਥੇਦਾਰ ਅਤੇ ਇੱਕ ਨੀਤੀਵੇਤਾ ਸੀ। ਗੁਰੂ ਅਰਜਨ ਜੀ ਉਹਨਾਂ ਸਭ ਸਿਫਤਾਂ ਦੇ ਮਾਲਕ ਸਨ ਜੋ ਕਿਸੇ ਕੌਮ ਦੀ ਉਸਾਰੀ ਵੇਲੇ ਆਗੂ ਵਿੱਚ ਹੋਣੀਆਂ ਲੋੜੀਂਦੀਆਂ ਹਨ। ਕਨਿੰਗਮ ਦਾ ਕਹਿਣਾ ਹੈ ਕਿ ਸ਼ਾਇਦ ਗੁਰੂ ਅਰਜਨ ਦੇਵ ਜੀ ਹੀ ਇੱਕ ਐਸੇ ਪਹਿਲੇ ਗੁਰੂ ਸਨ ਜਿਨ੍ਹਾਂ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਨੀਂਜਲਾ ਵਾਚਿਆ ਅਤੇ ਗੱਲ ਜਾਣ ਲਈ ਕਿ ਉਹਨਾਂ ਦੇ ਉਪਦੇਸ਼ ਜੀਵਨ ਦੀ ਨਿੱਤ ਕਿਰਿਆ ਵਿੱਚ ਸਹਿਲੇ ਵਰਤੇ ਜਾ ਸਕਦੇ ਹਨ, ਭਾਵ ਗੁਰੂ ਨਾਨਕ ਦੇ ਉਪਦੇਸ਼ਾਂ ਨੂੰ ਅਮਲੀ ਜਾਮਾ ਪਹਿਨਾਇਆ। ਲਤੀਫ ਵੀ ਇਸੇ ਪ੍ਰਸੰਗ ਵਿੱਚ ਕਹਿੰਦਾ ਹੈ ਕਿ ਗੁਰੂ ਅਰਜਨ ਜੀ ਉਮਾਂ ਨਾਲ ਭਰੇ ਜਜ਼ਬੇ ਵਾਲੇ ਗੁਰੂ ਸਨ। ਉਹਨਾਂ ਨੇ ਨਿਸ਼ਾਨਾ ਬਹੁਤ ਉੱਘਾ ਮਿੱਥਿਆ ਹੋਇਆ ਸੀ, ਸਿੱਖ ਕੌਮ ਨੂੰ ਜਥੇਬੰਦ ਕੀਤਾ ਅਤੇ ਆਤਮਿਕ ਉੱਨਤੀ ਲਈ ਭਰਪੂਰ ਉਪਰਾਲੇ ਕੀਤੇ। C.H. ਪੇਨ ਤੇ G.B. ਸਕਾਟ ਵੀ ਇਹ ਹੀ ਕਹਿੰਦੇ ਹਨ ਕਿ ਗੁਰੂ ਅਰਜਨ ਜੀ ਜੋ ਸਿੱਖਾਂ ਦੇ ਪੰਜਵੇਂ ਗੁਰੂ ਹਨ ਨੇ ਗੁਰੂ ਨਾਨਕ ਦੇ ਉਪਦੇਸ਼ਾਂ ਨੂੰ ਸਹੀ ਅਰਥਾਂ ਵਿੱਚ ਸਮਝਿਆ ਅਤੇ ਉਹਨਾਂ ਦੇ ਠੀਕ ਠਾਕ ਪ੍ਰਚਾਰ ਦਾ ਜ਼ਿੰਮਾ ਆਪਣੇ ਸਿਰ ਲਿਆ। ਕੌਮ ਆਪਣੇ ਪੈਰਾਂ ਤੇ ਖੜੀ ਹੋ ਗਈ। ਦੂਰੋਂ ਦੂਰੋਂ ਸਿੱਖ ਆ ਕੇ ਜੀਵਨ ਜੁਗਤ ਸਿੱਖਦੇ, ਅਨੇਕਾਂ ਹੀ ਪਾਰ ਹੋਏ, ਅਨੇਕਾਂ ਦੇ ਦੁੱਖ ਹਰੇ, ਅਨੇਕਾਂ ਨੂੰ ਆਤਮਿਕ ਸੋਝੀ ਮਿਲੀ। ਆਪ ਜੀ ਦਾ ਉਪਦੇਸ਼ ਢੰਗ ਇਤਨਾ ਸਰਲ, ਸਾਦਾ ਤੇ ਮਿੱਠਾ ਸੀ ਕਿ ਇੱਕ ਵਚਨ ਸੁਣ ਕੇ ਹੀ ਸੁਣਨ ਵਾਲੇ ਦੀ ਨਿਸ਼ਾ ਤ੍ਰਿਪਤ ਹੋ ਜਾਂਦੀ ਸੀ। ਭਾਈ ਗੁਰਦਾਸ ਜੀ ਨੇ ਵਾਰ 11ਵੀਂ ਵਿੱਚ ਕਈ ਸਿੱਖਾਂ ਦਾ ਜ਼ਿਕਰ ਕੀਤਾ ਹੈ। ਭਾਈ ਮੰਝ ਨੂੰ ਸਿਰਫ ਇਤਨਾ ਕਿਹਾ, ਸਿੱਖੀ ਅਤੇ ਸਿੱਖੀ ਨਹੀਂ ਟਿਕ ਸਕਦੀ, ਤਾਂ ਉਹ ਰਮਜ ਸਮਝ ਲਈ ਕਿ ਸਿੱਖੀ ਪਾਉਣ ਲਈ ਸਭ ਆਸਰੇ ਛੱਡਣੇ ਪੈਂਦੇ ਹਨ। ਭਾਈ ਬਹਿਲੋ ਜੀ ਨੂੰ ਕੇਵਲ ਇਤਨਾ ਹੀ ਆਖਿਆ ਕਿ ਸ਼ਰਧਾ ਹੀ ਮੂਲ ਹੈ। ਇਹ ਸਭ ਭਗਤੀ ਤਾਂ ਸ਼ਰਧਾ ਨੂੰ ਢਕਣ ਲਈ ਸ਼ਾਲ ਹੈ। ਸ਼ਰਧਾ ਮੂਲ, ਭਗਤ ਤੁੱਛ ਸਾਰੇ। ਜਦ ਬੁੱਧੂ ਨੇ ਭਾਈ ਲੱਖੂ ਪਟੋਲੀਆ ਕਮਲੀਆ ਦੇ ਦਰਵਾਜ਼ੇ ਬੰਦ ਕਰ ਦਿੱਤੇ ਤਾਂ ਆਪ ਜੀ ਦਾ ਵਚਨ ਸੀ, ਅਵਲ ਤਾਂ ਘਰ ਲੰਗਰ ਕਰੋ, ਨਾ ਜੇ ਕਰੋ ਤਾਂ ਕਿਸੇ ਨੂੰ ਦਰੋਂ ਭੁੱਖਾ ਨਾ ਜਾਣ ਦੇਵੋ। ਜੇ ਕੋਈ ਕਿਸੇ ਉਪਦੇਸ਼ ਦਾ ਅਧਿਕਾਰੀ ਹੁੰਦਾ ਸੀ, ਉਸ ਨੂੰ ਅਜਿਹਾ ਹੀ ਉਪਦੇਸ਼ ਦਿੰਦੇ ਸਨ। ਜੇ ਕਿਸੇ ਆ ਕੇ ਆਖਿਆ ਕਿ ਪੰਡਿਤ ਕਹਿੰਦੇ ਹਨ ਕਿ ਬਗੈਰ ਹੋਮ ਯੱਗ ਕੀਤੇ ਖੋਇਆ ਦਿੱਤਾ ਕਿਸੇ ਕਾਜ ਨਹੀਂ ਆਉਂਦਾ, ਤਾਂ ਆਪ ਜੀ ਨੇ ਸ਼ੰਕਰ ਨਿਵਰਤ ਕਰਦੇ ਹੋਏ ਕਿਹਾ, ਜੋ ਤੁਸੀਂ ਗਰੀਬ ਲੋੜਵੰਦ ਨੂੰ ਪ੍ਰਸ਼ਾਦ ਛਕਾਉਂਦੇ ਹੋ, ਇਹ ਹੀ ਅਸਲ ਹੋਮ ਯੱਗ ਨੂੰ ਪਾਈ ਅਹੂਤੀ ਹੈ। ਭਾਈ ਤੁਲਸਾ ਜੀ ਨੂੰ ਇਹ ਹੀ ਕਿਹਾ ਸੀ, ਅੰਨ ਬਸਤਰ ਦੀ ਕਿਸੇ ਦੀ ਕਾਮਨਾ ਆਵੇ ਤਾਂ ਉਸ ਦੀ ਕਾਮਨਾ ਜੇ ਇਕੱਲੇ ਹੀ ਪੂਰੀ ਕਰ ਸਕੋ ਤਾਂ ਕਰ ਦੇਣੀ, ਜੇ ਐਸਾ ਸੰਭਵ ਨਾ ਹੋਵੇ ਤਾਂ ਮਿਲ ਕੇ ਕਰਨੀ। ਜੇ ਕਿਸੇ ਕਿਹਾ ਕਿ ਘਰੋਂ ਦੁੱਖ ਕਿਵੇਂ ਜਾਵੇ ਤਾਂ ਇਹ ਨੁਕਸਾ ਦਿੱਤਾ, ਦੇਹ ਦਸਵੰਦ ਗੁਰਹੇਤ ਸਦਾ, ਦਾਰਿਦ ਸਦਨ ਹੋਏ ਨ ਕਦਾ। ਕਿਵੇਂ ਸਿੱਖਾਂ ਵਿੱਚ ਦੇਣ ਦੀ ਜਾਂਚ ਭਰ ਰਹੇ ਸਨ, ਉਸ ਦਾ ਉਦਾਹਰਨ ਉਹ ਵਾਕ ਹਨ ਜੋ ਉਹ ਸਦਾ ਕਹਿੰਦੇ ਸਨ ਕਿ ਜਿਸ ਨੇ ਵੰਡ ਕੇ ਖਾਧਾ ਉਸ ਨੂੰ ਕਦੇ ਥੁੜ ਨਹੀਂ। ਪ੍ਰਚਾਰ ਦਾ ਕਿਉਂ ਅਸਰ ਨਹੀਂ ਹੁੰਦਾ, ਤਾਂ ਆਪ ਜੀ ਨੇ ਤੱਤ ਦੀ ਗੱਲ ਆਖੀ ਕਿ ਕਥਾ ਕਰਦਿਆਂ ਜਦ ਮਨ ਧਨ ਵਿੱਚ ਰਹੇ ਤਾਂ ਅਗਲੇ ਦਾ ਮਨ ਕਿਵੇਂ ਟਿਕੇ। ਕਥਾ ਕਰਤ ਧਨ ਮਹਿ ਮਨ ਰਹੇ, ਕੀ ਸ਼ਾਂਤੀ ਗੁਣ ਮਨ ਕੋ ਲਹੇ। ਸਨਮੁਖ ਹੋਣ ਤੇ ਮਨਮੁਖ ਦੂਰ ਕਰਨ ਦਾ ਰਾਹ ਉਹਨਾਂ ਕਿਤਨਾ ਸੁਖਾਲਾ ਦੱਸਿਆ ਕਿ ਪਿਛਲ ਰਾਤ ਨੀਂਦ ਕੋ ਤਿਆਗੋ, ਫਿਰ ਪਾਠ ਕਰਕੇ
ਕਿਰਤ ਕਰੋ ਅਤੇ ਲੋੜਵੰਦ ਦੀ ਲੋੜ ਪੂਰੀ ਕਰੋ। ਜਦ ਕਿਸੇ ਕਿਹਾ ਕਿ ਪਾਠ ਕਰਦਿਆਂ ਮਨ ਨਹੀਂ ਟਿਕਦਾ ਤਾਂ ਆਪ ਜੀ ਨੇ ਉਸ ਨੂੰ ਸਿਰਫ ਇਤਨਾ ਕਿਹਾ ਕਿ ਇਹ ਤਾਂ ਤੈਨੂੰ ਪਤਾ ਲੱਗ ਗਿਆ ਕਿ ਮਨ ਨਹੀਂ ਟਿਕਦਾ। ਜਦ ਪਤਾ ਲੱਗ ਗਿਆ ਮਨ ਨਹੀਂ ਟਿਕਦਾ ਤਾਂ ਉਪਰਾਲਾ ਵੀ ਕਰੋਗੇ। ਪਾਠ ਤੇ ਕੀਰਤਨ ਦਾ ਫਰਕ ਸਮਝਾਉਂਦੇ ਕਿਹਾ ਕਿ ਪਾਠ ਖੂਹ ਗੇੜਨ ਨਹੀਂ ਹੈ, ਆਪਣੀ ਪੈਲੀ ਹੀ ਪਾਣੀ ਜਾਂਦਾ ਹੈ, ਦੂਰ ਦੀ ਅਤੇ ਉੱਚੀ ਥਾਂ ਨਹੀਂ ਚੜ੍ਹਦਾ। ਕੀਰਤਨ ਕਰਨ ਮੇਘ ਕੀ ਬਰਖਾ, ਬਰਖੇ ਜਲ ਹੋਏ ਜੀਵਨ ਹਰਖਾ। ਇੰਜ ਹਰਿਆਵਲ ਵੀ ਜ਼ਿਆਦਾ ਹੁੰਦੀ ਹੈ ਅਤੇ ਦਾਣਾ ਵੀ ਪੱਕਾ ਹੁੰਦਾ ਹੈ। ਕੈਸੇ ਸਿੱਖ ਉਹਨਾਂ ਸਾਜ ਦਿੱਤੇ ਸਨ। ਉਸ ਦੀ ਉਦਾਹਰਣ ਭਾਈ ਸੰਮਣ ਅਤੇ ਭਾਈ ਭਿਖਾਰੀ ਹਨ, ਜਿਨ੍ਹਾਂ ਦੇ ਜਵਾਨ ਬੇਟੇ ਗੁਜ਼ਰ ਗਏ, ਪਰ ਉਹ ਇਹ ਹੀ ਕਹਿੰਦੇ ਰਹੇ, ਤਨ ਬਿਨ ਸੇ ਜੋ ਸ਼ੋਕ ਕਰੰਤੇ, ਤਿੰਨ ਸਮ ਮੂਰਖ ਅਪਰ ਨਹੀਂ ਜਨਤੇ। ਹੈਰਾਨੀ ਤਾਂ ਸਗੋਂ ਇਹ ਹੋਣੀ ਚਾਹੀਦੀ ਹੈ ਕਿ ਇਹ 5 ਵਿਰੋਧੀ ਤੱਤਾਂ ਨਾਲ ਬਣਿਆ ਸਰੀਰ ਟੁਰ ਕਿਵੇਂ ਰਿਹਾ ਹੈ। ਗੁਰੂ ਤੋਂ ਕੇਵਲ ਨਾਮਦਾਨ ਹੀ ਮੰਗਣਾ ਚਾਹੀਦਾ ਹੈ। ਜਿੱਥੇ ਗੁਰੂ ਅਰਜਨ ਜੀ ਇੱਕ ਮਹਾਨ ਗੁਰੂ ਸਿੱਖਿਆ ਦਾਤਾ ਸਨ, ਉੱਥੇ ਉਹਨਾਂ ਦੀ ਸਭ ਤੋਂ ਵੱਡੀ ਦੇਣ ਗੁਰੂ ਗ੍ਰੰਥ ਸਾਹਿਬ ਦੀ ਬੀੜ ਬੰਨ੍ਹਣਾ ਹੈ। ਗੁਰੂ ਗ੍ਰੰਥ ਸਾਹਿਬ ਨੂੰ ਰਤਾ ਕੁ ਧਿਆਨ ਨਾਲ ਦੇਖਿਆ ਪਤਾ ਲੱਗ ਜਾਏਗਾ ਕਿ ਕਿਤਨੀ ਲਗਨ, ਘਾਲ, ਸੂਝ ਤੇ ਬੂਝ ਦਾ ਕਾਰਜ ਸੀ। ਸਿਰਫ ਅੰਕ ਪਾਏ ਦੇਖ ਹੀ ਪ੍ਰਤੀਤ ਹੋ ਜਾਂਦਾ ਹੈ ਕਿ ਹਰ ਥਾਂ ਕਿਤਨੀ ਇਹਤਿਆਤ ਵਰਤੀ ਹੈ। ਹਰ ਗੁਰ ਵਿਅਕਤੀ ਤੇ ਭਗਤ ਦੀ ਬਾਣੀ ਥਾਂ ਸਿਰ ਅਤੇ ਫਿਰ ਰਾਗ ਮੁਤਾਬਕ ਲਿਖਣਾ ਇੱਕ ਵੱਡਾ ਕਾਰਨਾਮਾ ਹੈ। ਆਪ ਨੂੰ ਰਾਗਾਂ ਦੀ ਇਤਨੀ ਸੂਝ ਸੀ ਕਿ ਹਰ ਰਾਗ ਦੇ ਅੰਤਰੀਵ ਤੋਂ ਅੰਤਰੀਵ ਭਾਵ ਨੂੰ ਮੂਰਤੀਮਾਨ ਕੀਤਾ। ਆਪ ਜੀ ਨੇ ਆਪੂ 30 ਰਾਗਾਂ ਵਿੱਚ ਬਾਣੀ ਲਿਖੀ। ਗੌੜੀ ਦੇ ਕਿਤਨੇ ਹੀ ਅੰਗ ਪੂਰਬੀ, ਚੇਤੀ ਆਦਿ ਵਰਤੇ। ਟੋਡੀ ਕਈ ਕਿਸਮ ਦੀ ਗਾਈ। ਫਿਰ ਰਾਗ ਇਸ ਤਰਤੀਬ ਨਾਲ ਗੁਰੂ ਗ੍ਰੰਥ ਸਾਹਿਬ ਵਿੱਚ ਰੱਖੇ ਕਿ ਹਰ ਰਾਗ ਦੀ ਆਪਣੀ ਮਹੱਤਤਾ ਵੱਖਰੀ ਹੋ ਪਈ ਦਿਸੇ। ਸਭ ਤੋਂ ਪਹਿਲਾਂ ਸਿਰੀ ਨੂੰ ਥਾਂ ਦੇਣੀ ਹੀ ਹਿੰਦੁਸਤਾਨੀ ਪ੍ਰਚਲਿਤ ਪਰੰਪਰਾ ਨਾਲੋਂ ਆਪਣੇ ਆਪ ਨੂੰ ਅਲੱਗ ਕਰਨਾ ਸੀ। ਪਰੰਪਰਾ ਪ੍ਰਥਮ ਰਾਗ ਭੈਰਵ ਦੀ ਸੀ। ਆਪ ਜੀ ਨੇ ਸਿਰੀ ਨੂੰ ਥਾਂ ਦਿੱਤੀ। ਭਾਈ ਮਰਦਾਨਾ ਸੱਤੇ ਅਤੇ ਬਲਵੰਡ ਜੀ ਨੂੰ ਜੋ ਆਦਰਯੋਗ ਥਾਂ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੀ, ਉਸ ਤੋਂ ਪ੍ਰਗਟ ਹੁੰਦਾ ਹੈ ਕਿ ਆਪ ਰਾਗ ਅਤੇ ਰਾਗੀ ਦਾ ਕਿਤਨਾ ਆਦਰ ਕਰਦੇ ਸਨ। ਗੁਰੂ ਅਰਜਨ ਦੇਵ ਜੀ ਆਪੂ ਸਰਿੰਦਾ ਬਹੁਤ ਸੁਰੀਲਾ ਵਜਾਉਂਦੇ ਸਨ। ਕਹਿੰਦੇ ਹਨ ਕਿ ਉਸ ਦੀਆਂ ਤਾਰਾਂ ਰੇਸ਼ਮ ਦੀਆਂ ਹੁੰਦੀਆਂ ਸਨ। 12 ਮਾਹਾਂ ਤੇ ਸੁਖਮਣੀ। ਉਂਝ ਤਾਂ ਗੁਰੂ ਅਰਜਨ ਜੀ ਦੀ ਉਚਾਰੀ ਹਰ ਤੁਕ ਹੀ ਆਪ ਮੁਹਾਰੇ ਮੂੰਹ ਤੇ ਚੜ੍ਹ ਜਾਂਦੀ ਹੈ ਅਤੇ ਹਿਰਦੇ ਖੁੱਬਦੀ ਲੱਗਦੀ ਹੈ, ਅਤੇ ਹੋਰ ਅਨੇਕਾਂ ਤੁਕਾਂ ਇੱਕ ਵਾਰ ਹੀ ਪੜ੍ਹਿਆਂ ਫਿਰ ਵਿਸਰਦੀਆਂ ਨਹੀਂ। ਪਰ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ 12 ਮਾਹਾਂ ਤੇ ਸੁਖਮਣੀ ਸਾਹਿਬ ਐਸੀਆਂ ਰਚਨਾਵਾਂ ਹਨ ਜੋ ਸਦੀਆਂ ਤੱਕ ਪੜ੍ਹੇ ਜਾਣ ਬਾਅਦ ਵੀ ਨਰੋਈਆਂ ਤੇ ਨਵੀਆਂ ਹਨ। ਭਾਵੇਂ ਗੁਰੂ ਅਰਜਨ ਦੇਵ ਜੀ ਨੇ ਸਹਿਸਕ੍ਰਿਤੀ, ਸ਼ਲੋਕ ਅਤੇ ਗਾਥਾ ਵਰਗੀ ਗੂੜ ਬਾਣੀ ਲਿਖੀ, ਪਰ ਸਰਲਤਾ ਉਸ ਵਿੱਚ ਉਸੇ ਤਰ੍ਹਾਂ ਕਾਇਮ ਹੈ। ਚੋ ਬੋਲੇ ਤੇ ਫੁੰਸੇ ਵਿੱਚ ਦੁਹਰਾ ਹੈ, ਪਰ ਤਾਜ਼ਗੀ ਹਰ ਤੁਕ ਵਿੱਚ ਹੈ। 52 ਅੱਖਰੀ ਰਹੱਸਮਈ ਬਾਣੀ ਹੈ, ਪਰ ਕਿਧਰੇ ਸ਼ਬਦ ਦਾ ਬੋਝ ਨਹੀਂ ਪੈਣ ਦਿੱਤਾ। 12 ਮਾਹਾਂ ਇੱਕ ਐਸੀ ਬਾਣੀ ਹੈ ਜਿਸ ਵਿੱਚ ਗੁਰੂ ਅਰਜਨ ਜੀ ਨੇ ਜੀਵਨ ਦਾ ਹਰ ਪਲ ਕਿਵੇਂ ਗੁਜ਼ਾਰਨਾ ਹੈ ਦੀ ਜਾਂਚ ਸਿਖਾਈ ਹੈ। ਪਹਿਲਾਂ ਹਰ ਮਹੀਨੇ ਜੋ ਸਾਡੇ ਨਾਲ ਵਾਪਰਦੀ ਹੈ ਦਾ ਜ਼ਿਕਰ ਕੀਤਾ ਹੈ, ਜਾਂ ਇੰਜ ਕਹਿ ਲਓ ਕਿ ਹਰ ਮਹੀਨੇ ਦੇ ਪਿੱਛੋਂ ਅਗਲਾ ਸ਼ਬਦ ਜਾਂ ਤੁਕ ਉਸ ਮਹੀਨੇ ਦਾ ਸੁਭਾਅ ਹੈ, ਅਤੇ ਫਿਰ ਉਸ ਤੋਂ ਉਤਸ਼ਾਹ ਲੈ ਕੇ ਜਾਂ ਉਸ ਦੇ ਪ੍ਰਭਾਵ ਨੂੰ ਮਿਟਾਉਣ ਦਾ ਉਪਰਾਲਾ ਦੱਸਿਆ ਹੈ। ਜਿਵੇਂ ਚੇਤ ਅੱਗੇ ਆਨੰਦ ਲਿਖਣਗੇ, ਰੁੱਤ ਕਿਉਂਕਿ ਠੰਡੀ ਮਿੱਠੀ ਹੁੰਦੀ ਹੈ, ਵਿਸਾਖ ਵਾਢੀਆਂ ਕਿਉਂਕਿ ਵਿਸਾਖੀ ਨੂੰ ਹੀ ਵਾਢੀ ਪੈਂਦੀ ਹੈ ਅਤੇ ਫਸਲ ਘਰ ਆਉਂਦੀ ਹੈ, ਜੇਠ ਜੁੜਿੰਦਾ ਭਾਵ ਗਰਮੀ ਪੈਣੀ ਆਰੰਭ ਹੈ, ਬਾਹਰ ਨਾ ਜਾਓ, ਅਸਾੜ ਤਪੰਦਾ, ਅਸਾੜ ਖੂਬ ਤਪ ਗਿਆ ਹੈ, ਸਾਵਣ ਸਰਸੀ, ਸਾਵਣ ਦੇ ਮਹੀਨੇ ਸਭ ਪਾਸੇ ਹਰਿਆਵਲ ਹੀ ਹਰਿਆਵਲ ਹੈ, ਭਾਦੋਂ ਭਰਮ, ਇਸ ਮਹੀਨੇ ਭਰਮ ਹੀ ਭਰਮ ਹੈ, ਪਤਾ ਨਹੀਂ ਲੱਗਦਾ ਕਿ ਕਦ ਬਾਰਿਸ਼ ਆ ਜਾਏ ਅਤੇ ਕਦ ਸੂਰਜ ਤਪ ਜਾਏ। ਅਸੁੰਨ ਉਮਾੜਹਾ, ਉਮਾ ਫਿਰ ਜਾਗ ਪੈਂਦੀ ਹੈ ਕਿਉਂਕਿ ਗਰਮੀ ਪਿੱਛੇ ਰਹਿ ਗਈ ਹੈ ਅਤੇ ਅੱਗੋਂ ਸਰਦੀ ਆ ਰਹੀ ਹੈ। ਕੱਤਕ ਕਰਮ, ਇਹ ਮਹੀਨਾ ਸਾਰਾ ਹੀ ਕਰਮ ਦਾ ਹੁੰਦਾ ਹੈ। ਹਾੜੀ ਬੀਜੀ ਜਾਂਦੀ ਹੈ, ਸਮਾਂ ਗਵਾਇਆ ਨਹੀਂ ਕਿ ਸਾਲ ਜਾਇਆ ਗਿਆ ਨਹੀਂ। ਮੱਘਰ ਸਹਿੰਦਿਆਂ, ਇਸ ਮਹੀਨੇ ਵਿਛੋੜਾ ਨਹੀਂ ਹੁੰਦਾ। ਪੋਖ ਤੁਖਾਰ, ਪੋਹ ਦੀ ਠੰਡ ਪ੍ਰਸਿੱਧ ਹੈ। ਮਾਘ ਮਜਨ, ਇਸ ਮਹੀਨੇ ਫਿਰ ਕੁਝ ਖੁੱਲੀ ਰੁੱਤ ਆ ਜਾਂਦੀ ਹੈ ਅਤੇ ਸਰੀਰ ਤੇ ਪਾਣੀ ਪਾਉਣ ਤੇ ਚਿੱਤ ਕਰਦਾ ਹੈ। ਫੱਗਣ ਆਨੰਦ, ਇਸ ਮਹੀਨੇ ਸੱਚਮੁੱਚ ਹੀ ਆਨੰਦ ਹੁੰਦਾ ਹੈ। ਇਹ ਕੁਦਰਤ ਤੋਂ ਕਾਦਰ ਤੱਕ ਜਾਣ ਦਾ ਰਾਹ ਨਿਰਾਲਾ ਹੀ ਗੁਰੂ ਸਾਹਿਬ ਨੇ ਦੱਸਿਆ ਹੈ ਅਤੇ 12 ਮਾਹ ਉਸ ਦਾ ਜ਼ਿਕਰ ਹੈ। ਜਿਸ ਅੰਸ਼ ਦਾ ਮਨ ਬਣਿਆ ਹੈ ਉਸੇ ਦੀ ਕੁਦਰਤ
ਸੋ ਜਦ ਮਨ ਕੁਦਰਤ ਦਾ ਨਜ਼ਾਰਾ ਮਾਣਦਾ ਹੈ ਤਾਂ ਉਹ ਵਾਹਿਗੁਰੂ ਨਾਲ ਹੀ ਇੱਕਮਿਕ ਹੋ ਰਿਹਾ ਹੁੰਦਾ ਹੈ। ਸੁਖਮਨੀ ਸਾਹਿਬ ਨੂੰ ਪ੍ਰੋਫੈਸਰ ਪੂਰਨ ਸਿੰਘ ਇੱਕ ਐਸਾ ਰਾਗ ਕਹਿੰਦਾ ਹੈ ਜੋ ਸਾਨੂੰ ਰੂਪਵਾਨ ਕਰ ਦਿੰਦਾ ਹੈ। ਇਸ ਦੀ ਲਗਾਤਾਰਤਾ ਵਿੱਚ ਐਸਾ ਪ੍ਰਭਾਵ ਹੈ ਕਿ ਆਪ ਮੁਹਾਰੇ ਹੀ ਸਿਮਰਨ ਚੱਲ ਪੈਂਦਾ ਹੈ। ਸਾਰੀ ਸੁਖਮਨੀ ਸਾਹਿਬ ਵਿੱਚ ਕੋਈ ਪ੍ਰੇਰਨਾ ਨਹੀਂ, ਕੋਈ ਜ਼ੋਰ ਨਾਲ ਉਪਦੇਸ਼ਾਤਮਕ ਬਚਨ ਨਹੀਂ ਕਹੇ, ਪਰ ਹਿਰਦਾ ਆਪ ਹੀ ਉਹ ਸਭ ਕੁਝ ਕਰਨ ਅਤੇ ਛੱਡਣ ਨੂੰ ਕਰਦਾ ਹੈ ਜਿਸ ਦਾ ਵਰਣਨ ਗੁਰੂ ਜੀ ਕਰ ਰਹੇ ਹਨ। ਜੇ ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨ ਝੂਰੇ ਫਰਮਾਉਂਦੇ ਹਨ ਤਾਂ ਸਿਮਰਨ ਦੀ ਦਾਤ ਪ੍ਰਾਪਤੀ ਲਈ ਤੜਪ ਪੈਦਾ ਹੋ ਜਾਂਦੀ ਹੈ। ਜੇ ਸਾਧ ਕੇ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ ਫਰਮਾਉਂਦੇ ਹਨ ਤਾਂ ਚਿੱਤ ਭੱਜ ਸਾਧ ਸੰਗਤ ਵਿੱਚ ਜਾਣ ਨੂੰ ਕਰਦਾ ਹੈ। ਫਿਰ ਬੋਲੀ ਐਸੀ ਸਰਲ ਅਤੇ ਸਾਦਾ ਹੈ ਕਿ ਮਨ ਚਿੱਤ ਇਕੱਠੇ ਹੋ ਨਾਲੋਂ ਨਾਲ ਟੁਰੀ ਜਾਂਦੇ ਹਨ। ਸੋਹਣਾ ਕਿਹਾ ਸੀ ਪ੍ਰੋਫੈਸਰ ਸੀਤਾਰਾਮ ਬਾਹਰੀ ਨੇ ਕਿ ਜੇ ਕਦੇ ਹਿੰਦੁਸਤਾਨ ਦੀ ਕੋਈ ਸਾਂਝੀ ਬੋਲੀ ਦੀ ਚੋਣ ਕਰਨ ਦਾ ਨਿਰਣਾ ਲਿਆ ਗਿਆ ਤਾਂ ਉਸ ਸਮੇਂ ਸੁਖਮਨੀ ਸਾਹਿਬ ਵਾਲੀ ਬੋਲੀ ਹੀ ਅਪਣਾਈ ਜਾਏਗੀ। ਸਾਧੂ TL ਵਾਸਵਾਨੀ ਤਾਂ ਇਸ ਸਾਰੀ ਭਟਕਣਾ ਦੌੜ ਭੱਜ ਹੋ ਰਹੀ ਉਥਲ ਪੁਥਲ ਦਾ ਹੱਲ ਹੀ ਇਹ ਗਿਣਦੇ ਹਨ ਕਿ ਯੂਨੀਵਰਸਿਟੀ ਦੀਆਂ ਜਮਾਤਾਂ ਵਿੱਚ ਸੁਖਮਨੀ ਪਾਠ ਪੁਸਤਕ ਦੇ ਤੌਰ ਤੇ ਪੜ੍ਹਾਈ ਜਾਏ। ਇਹ ਸੁਝਾਅ ਉਹਨਾਂ ਵਾਈਸ ਚਾਂਸਲਰ ਦੀ ਪਦਵੀ ਤੇ ਬੈਠਿਆਂ ਦਿੱਤਾ ਸੀ। ਸੰਸਾਰ ਪ੍ਰਸਿੱਧ ਕਲਾਕਾਰ ਨਿਕੋਲਸ ਰੌਰਿਕ ਨੇ ਸੁਖਮਨੀ ਸਾਹਿਬ ਨੂੰ ਆਤਮਿਕ ਦਾਨ ਦੇ ਰੂਪ ਵਿੱਚ ਡਿੱਠਾ ਸੀ। ਉਹਨਾਂ ਸੌਂਗ ਆਫ ਪੀਸ ਦੇ ਮੁਖਬੰਦ ਵਿੱਚ ਲਿਖਿਆ ਹੈ ਕਿ ਸੁਖਮਨੀ ਦਾ ਤਰਜਮਾ ਸੁਣਦਿਆਂ ਹੀ ਉਹਨਾਂ ਨੂੰ ਉਹ ਆਤਮ ਝਲਕਾਰਾ ਜਿਸ ਲਈ ਉਹ ਪਹਾੜਾਂ ਕੰਧਾਰਾਂ ਵਿੱਚ ਭੱਜੇ ਫਿਰਦੇ ਸਨ ਪਿਆ ਸੀ। ਆਪਣੀ ਵਸੀਅਤ ਵਿੱਚ ਉਹਨਾਂ ਲਿਖਿਆ ਸੀ ਕਿ ਸੁਖਮਨੀ ਸਾਹਿਬ ਦਾ ਗੁਟਕਾ ਉਹਨਾਂ ਦੇ ਕਫਨ ਵਿੱਚ ਰੱਖਣਾ। ਇਤਿਹਾਸ ਦੀ ਗਵਾਹੀ ਵੀ ਹੈ ਕਿ ਗੁਰੂ ਅਰਜਨ ਜੀ ਰਾਤ ਗਈ ਤੱਕ ਗੁਰੂ ਗ੍ਰੰਥ ਦੀ ਸੰਪਾਦਨਾ ਦਾ ਕਾਰਜ ਕਰਦੇ ਰਹਿੰਦੇ ਸਨ ਅਤੇ ਉੱਥੇ ਹੀ ਬਿਰਾਜ ਗਏ। ਅੰਮ੍ਰਿਤ ਵੇਲੇ ਇਸ਼ਨਾਨ ਕਰਨ ਉਪਰੰਤ ਮੁਖ ਤੋਂ ਇਹ ਵਚਨ ਕਹੇ, ਸਮਾਂ ਘੋਰ ਕਲਯੁਗ ਕੋ ਆਇਓ, ਕਟਕ ਬਿਕਾਰਨ ਕੋ ਜਗ ਛਾਇਓ। ਭਾਈ ਗੁਰਦਾਸ ਜੀ ਨੇ ਪੁੱਛ ਹੀ ਲਿਆ ਕਿ ਇਸ ਦਾ ਕੋਈ ਉਪਾਅ ਵੀ ਹੈ ਤਾਂ ਆਪ ਜੀ ਨੇ ਰਚਨ ਲੱਗੇ ਤਬ ਸੁਖਮਨੀ, ਉੱਥੇ ਰਾਮਸਰ ਦੇ ਕਿਨਾਰੇ ਬੈਠਿਆਂ ਹੀ ਇਹ ਸੁਖਮਨੀ ਉਚਾਰੀ। ਹਰ ਰੋਗ ਦਾ ਇਲਾਜ ਇਹ ਸੁਖਮਨੀ ਹੈ। ਆਪਣੀ ਮਧੁਰਤਾ ਕਰਕੇ ਸਿੱਧੀ ਹਿਰਦੇ ਵੱਜਦੀ ਹੈ, ਮਨ ਨੂੰ ਸੁੱਖ ਬਖਸ਼ਦੀ ਹੈ। ਸੁਖਮਨੀ ਮਨ ਨੂੰ ਨਾਮ ਸੁੱਖ ਪ੍ਰਦਾਨ ਕਰਨ ਵਾਲੀ ਬਾਣੀ ਹੈ। ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੇ ਸੁਹੋਤ ਨਿਧਾਨ। ਆਰੰਭ ਵਿੱਚ ਹੀ ਰਹਾਉ ਦੀ ਤੁਕ ਵਿੱਚ ਫਰਮਾ ਦਿੱਤਾ ਹੈ ਕਿ ਪ੍ਰਭੂ ਦਾ ਅਮਰ ਕਰਨ ਵਾਲਾ ਨਾਮ ਸੁੱਖਾਂ ਦੀ ਮਣੀ ਹੈ। ਇਸ ਦਾ ਵਾਸਾ ਭਗਤ ਜਨਾਂ ਦੇ ਹਿਰਦੇ ਵਿੱਚ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੇ ਮਨ ਬਿਸਰਾਮ। ਰਹਾਉ ਇਹ ਖਿਆਲ ਵੀ ਪ੍ਰਚਲਿਤ ਹੈ ਕਿ ਸੁਖਮਨੀ ਸਾਹਿਬ ਦੇ ਪਾਠ ਨਾਲ 8 ਪਹਿਰ ਦੇ ਸਿਮਰਨ ਵਿੱਚ ਕੋਈ ਕਸਰ ਰਹਿ ਵੀ ਜਾਏ ਤਾਂ ਪੂਰੀ ਹੋ ਜਾਂਦੀ ਹੈ। ਵਜ਼ੀਰ ਖਾਂ ਜੋ ਪਿੱਛੋਂ ਸ਼ਾਹਜਹਾਨ ਦਾ ਵਜ਼ੀਰ ਆਜ਼ਮ ਵੀ ਬਣਿਆ, ਭਾਈ ਭਾਗੂ ਦੇ ਨਾਂ ਵਾਲੇ ਸਿੱਖ ਕੋਲੋਂ ਰੋਜ਼ ਇਹ ਬਾਣੀ ਸੁਣ ਕੇ ਅੰਨ ਮੂੰਹ ਪਾਉਂਦਾ ਸੀ। ਨਵੀਂ ਖੋਜ ਮੁਤਾਬਕ ਇਹ ਨਿਰਣਾ ਵੀ ਲਿਆ ਗਿਆ ਹੈ ਕਿ ਸੁਖਮਨੀ ਸਾਹਿਬ ਦਾ ਨਿਰੰਤਰ ਪਾਠ ਕਰਨ ਵਾਲੇ ਦਾ ਬਲੱਡ ਪ੍ਰੈਸ਼ਰ ਸਥਿਰ ਰਹਿੰਦਾ ਹੈ। ਗ੍ਰਹਿ ਸਤੀ ਮਹਿ ਵੱਡਾ ਗ੍ਰਹਿ ਸਤੀ। ਭਾਈ ਗੁਰਦਾਸ ਜੀ ਨੇ ਇੱਕ ਭਾਵਪੂਰਤ ਤੁਕ ਲਿਖੀ ਹੈ ਕਿ ਫਿਰ ਆਈ ਘਰ ਅਰਜਨੇ ਪੁੱਤ ਸੰਸਾਰੀ ਗੁਰੂ ਕਹਾਵੇ। ਗੁਰੂ ਅਰਜਨ ਜੀ ਜਿੱਥੇ ਮਹਾਨ ਗੁਰੂ ਜਥੇਦਾਰ ਰੂਹਾਨੀ ਪੇਸ਼ਵਾ ਸ਼ਹੀਦਾਂ ਦੇ ਸਰਤਾਜ ਸਨ, ਉੱਥੇ ਇੱਕ ਲਾਡਲੇ ਦੋਹਿਤੇ ਆਗਿਆਕਾਰੀ ਬੇਟੇ, ਸੁਹਿਰਦ ਪਿਤਾ, ਪਿਆਰੇ ਪਤੀ ਅਤੇ ਖਿਮਾਵਾਨ ਭਰਾ ਵੀ ਸਨ। ਸੁਣਿਆ ਅਤੇ ਕਿਹਾ ਇਹ ਜਾਂਦਾ ਹੈ ਕਿ ਦੋਹਿਤਾ ਅਤੇ ਨਾਨਾ ਦਾ 7ਵੀਂ ਪੀੜ੍ਹੀ ਵੀ ਵੈਰ ਹੁੰਦਾ ਹੈ, ਪਰ ਇਹ ਦੋਹਿਤਾ ਨਾਨੇ ਨੂੰ ਅਤ ਪਿਆਰਾ ਸੀ। ਗੁਰੂ ਅਮਰਦਾਸ ਜੀ ਦੀ ਗੋਦ ਵਿੱਚ ਪਲ ਹੀ ਵੱਡੇ ਹੋਏ ਸਨ। ਕਿਤਨੀਆਂ ਹੀ ਬਰਕਤਾਂ ਉਹਨਾਂ ਕੋਲੋਂ ਪਾਈਆਂ ਸਨ। ਦੋਹਿਤਾ ਬਾਣੀ ਕਾ ਬੋਹਿਤਾ, ਇਹ ਵੱਡਾ ਪੁਰਖ ਹੈ ਭਾਰੀ, ਅਤੇ ਭਾਰੀ ਗੁਰ ਜਗ ਮੇ ਬਿਦਤੇ ਹੈ, ਤੀਜੇ ਪਾਤਸ਼ਾਹ ਜੀ ਦੇ ਬਚਨ ਸਨ। ਸਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇੱਕ ਪੁੱਛ ਦੇ ਉੱਤਰ ਵਿੱਚ ਫਰਮਾਇਆ ਸੀ, ਸਾਕ ਨਹੀਂ ਕੋਈ ਗੁਰੂ ਰਾਮਦਾਸ ਜੈਸਾ, ਪੁੱਤਰ ਨਹੀਂ ਕੋਈ ਗੁਰੂ ਅਰਜਨ ਜੈਸਾ। ਪਿਤਾ ਦੇ ਹਰ ਹੁਕਮ ਤੇ ਤਤਪਰ ਰਹਿੰਦੇ ਸਨ। ਇਤਨੇ ਆਗਿਆਕਾਰੀ ਸਨ ਕਿ ਗੁਰੂ ਰਾਮਦਾਸ ਜੀ ਨੇ ਵੀ ਕਿਹਾ ਸੀ, ਪੁੱਤਰਨ ਵਿੱਚੋਂ ਇੰਨਾ ਹੀ ਰੱਖੀ ਹੈ, ਬਾਕੀ ਦੇ 2 ਤਾਂ ਹੰਕਾਰੀ ਅਤੇ ਲਾਪਰਵਾਹ ਹੋ ਫਿਰਦੇ ਹਨ। ਮਾਤਾ ਜੀ ਨੇ ਵੀ ਕਿਹਾ ਸੀ ਕਿ ਜੇ ਗੁਰੂ ਅਰਜਨ ਜੀ ਹੁਕਮ ਵਿੱਚ ਨਾ ਰੁੜਦੇ ਤਾਂ ਇਹ ਗੁਰਗੱਦੀ ਕਿਸੇ ਹੋਰ ਨੇ ਹੀ ਲੈ ਜਾਣੀ ਸੀ। ਆਪ ਜੀ ਨੇ ਲਾਹੌਰ ਸ਼ਾਦੀ ਤੇ ਜਾਣ ਵੇਲੇ ਜੋ ਬਚਨ ਕਹੇ ਸਨ, ਉਹ ਗੁਰੂ ਅਰਜਨ ਜੀ ਦੇ
ਸਪੁੱਤਰ ਹੋਣ ਦਾ ਵੱਡਾ ਪ੍ਰਮਾਣ ਹੈ। ਆਪ ਜੀ ਨੇ ਕਿਹਾ ਸੀ, ਪਿਤਾ ਜੀ, ਜਿੱਥੇ ਜਾਣ ਵਿੱਚ ਜਿੰਦ ਖਤਰੇ ਵਿੱਚ ਪੈਂਦੀ ਹੋਵੇ ਉੱਥੇ ਜਾਣ ਦਾ ਹੁਕਮ ਕਰੋ। ਰਤਾ ਵੀ ਦੇਰੀ ਨਹੀਂ ਲਗਾਵਾਂਗਾ, ਪ੍ਰਾਣ ਦੇ ਕੇ ਵੀ ਉੱਥੇ ਜਾਣ ਤੋਂ ਨਹੀਂ ਝਿਜਕਾਂਗਾ। ਬਾਬਾ ਪ੍ਰਿਥੀ ਚੰਦ ਜੀ ਨੇ ਕਿਤਨੇ ਹੀ ਅੱਲੇ ਉਹਨਾਂ ਤੇ ਉਹਨਾਂ ਦੇ ਬੱਚੇ ਹਰਗੋਬਿੰਦ ਜੀ ਤੇ ਕੀਤੇ, ਪਰ ਗੁਰੂ ਅਰਜਨ ਦੇਵ ਜੀ ਨੇ ਕਿਸੇ ਵੇਲੇ ਵੀ ਨਾ ਉੱਚਾ ਬੋਲਿਆ ਅਤੇ ਨਾ ਰੋਸ ਮਨਾਇਆ। ਇੱਥੋਂ ਤੱਕ ਕਿ ਜਦ ਪ੍ਰਿਥੀ ਚੰਦ ਜੀ ਸਖਤ ਬਿਮਾਰ ਹੋ ਗਏ ਤਾਂ ਆਪੂ ਅਰਦਾਸ ਕੀਤੀ ਕਿ ਮੇਰੇ ਭਰਾ ਨੂੰ ਵਾਹਿਗੁਰੂ ਨਰੋਆ ਕਰੇ। ਜਦ ਪ੍ਰਿਥੀ ਚੰਦ ਜੀ ਅਰੋਗ ਹੋਏ ਤਾਂ ਬਿਲਾਵਲ ਰਾਗ ਵਿੱਚ ਸ਼ਬਦ ਵੀ ਉਚਾਰਿਆ ਕਿ ਪ੍ਰਭ ਤੂੰ ਕਿਰਪਾ ਕੀਤੀ ਹੈ ਅਤੇ ਵੱਡੇ ਭਰਾ ਨੂੰ ਆਂਚ ਨਹੀਂ ਆਉਣ ਦਿੱਤੀ। ਜਦ ਕਿਸੇ ਦੱਸਿਆ ਕਿ ਪ੍ਰਿਥੀ ਚੰਦ ਜੀ ਅਤੇ ਮਹਾਦੇਵ ਜੀ ਰੋਟੀ ਤੋਂ ਵੀ ਆਤੁਰ ਹੋਏ ਹਨ ਤਾਂ ਗੁਰੂ ਬਾਜ਼ਾਰ ਤੇ ਮਹਿਸੂਲੀ ਚੁੰਗੀ ਸਾਰੀ ਹੀ ਉਹਨਾਂ ਦੇ ਨਾਲ ਲਗਵਾ ਦਿੱਤੀ ਅਤੇ ਮਹਾਦੇਵ ਜੀ ਨੂੰ ਪਾਸੀਆਂ ਚੌਂਕ ਦਾ ਇਲਾਕਾ ਦਿੱਤਾ। ਖਿਮਾਵਾਨ ਭਰਾ ਸਨ। ਮਾਤਾ ਗੰਗਾ ਜੀ ਵੀ ਸਿਦਕ ਵਾਲੇ ਸਨ, ਪਰ ਗੁਰੂ ਅਰਜਨ ਜੀ ਉਹਨਾਂ ਦੇ ਹਰ ਸੁੱਖ ਦਾ ਖਿਆਲ ਰੱਖਦੇ ਸਨ। ਪਤਨੀ ਨੂੰ ਕਦੇ ਦੁਵਿਧਾ ਵਿੱਚ ਨਹੀਂ ਪੈਣ ਦਿੱਤਾ। ਜਰਾ ਬੀਬੀ ਕਰਮੋਂ ਵੱਲੋਂ ਈਰਖਾ ਵੱਧਦੀ ਦੇਖੀ ਤਾਂ ਵੱਖ ਟਿਕਾਣਾ ਵਡਾਲੀ ਕਰ ਦਿੱਤਾ। ਜਦ ਕਦੇ ਨਿੰਮੋ ਝੂਣਾ ਦੇਖਿਆ, ਉਹਨਾਂ ਨੂੰ ਹੋਰ ਲਗਨ ਨਾਲ ਸੇਵਾ ਕਰਨ ਲਈ ਕਿਹਾ। ਕਦੇ ਜ਼ੁਬਾਨ ਸਾਂਝੀ ਨਾ ਕੀਤੀ, ਬੜੇ ਠਰਮੇ ਨਾਲ ਸਮਝਾ ਦਿੰਦੇ ਸਨ। ਗੁਰੂ ਪਿਤਾ ਗੁਰੂ ਅਰਜਨ ਦੇਵ ਜੀ ਨੇ ਜਿਵੇਂ ਆਪਣੇ ਸਪੁੱਤਰ ਹਰਗੋਬਿੰਦ ਜੀ ਦੀ ਸੰਭਾਲ ਰੱਖਿਆ ਪਾਲਣਾ ਕੀਤੀ, ਉਹ ਮਾਪਿਆਂ ਲਈ ਇੱਕ ਚੇਤਾਵਨੀ ਤੇ ਉਦਾਹਰਣ ਹੈ। ਪਹਿਲਾਂ ਸਰੀਰਕ ਰੱਖਿਆ ਕੀਤੀ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਉਹ ਸਾਰੇ ਸ਼ਬਦ ਜੋ ਗੁਰੂ ਹਰਗੋਬਿੰਦ ਜੀ ਦੇ ਦੁਸ਼ਟਾਂ ਦੇ ਹਮਲੇ ਤੋਂ ਬਚ ਖਲੋਣ ਅਤੇ ਸੀਤਲਾ ਤੋਂ ਨਰੋਆ ਹੋਣ ਵੇਲੇ ਉਚਾਰੇ ਸਨ। ਇਹ ਗੱਲ ਅਤੇ ਲਖਾਇਕ ਹਨ ਕਿ ਬਾਪ ਗੁਰੂ ਕਿਤਨਾ ਬੇਟੇ ਦਾ ਖਿਆਲ ਰੱਖਦੇ ਸਨ। ਫਿਰ ਵਿੱਦਿਆ ਅਤੇ ਹੋਰ ਸਿੱਖਿਆਵਾਂ ਲਈ ਉਚੇਚੇ ਪ੍ਰਬੰਧ ਕੀਤੇ। ਪਹਿਲਾਂ ਬਾਬਾ ਬੁੱਢਾ ਜੀ ਦੀ ਦੇਖ ਰੇਖ ਵਿੱਚ ਰੱਖਿਆ, ਫਿਰ ਭਾਈ ਗੁਰਦਾਸ ਜੀ ਨੂੰ ਹੋਰ ਵਿੱਦਿਆ ਦੇਣ ਲਈ ਕਿਹਾ। ਪੰਡਤ ਬੇਣੀ ਕੋਲੋਂ ਸੰਸਕ੍ਰਿਤ ਦੀ ਅੱਖਰੀ ਵਿੱਦਿਆ ਦਿਲਵਾਈ। ਹਿਕਮਤ ਜੋਤਿਸ਼ ਸ਼ਾਸਤਰ ਨੀਤੀ ਦੀ ਵਿੱਦਿਆ ਦਿੱਤੀ। ਯੁੱਧ ਵਿੱਦਿਆ ਦੀ ਸਿਖਲਾਈ ਭਾਈ ਜੇਠਾ ਜੀ ਨੂੰ ਸੌਂਪੀ। ਘੋੜਸਵਾਰੀ, ਨੇਜਾਬਾਜੀ, ਤੀਰਅੰਦਾਜ਼ੀ, ਨਿਸ਼ਾਨਾਬਾਜੀ ਅਤੇ ਬੰਦੂਕ ਆਦਿ ਦੀ ਵਰਤੋਂ ਦੇ ਖਾਸ ਪ੍ਰਬੰਧ ਕੀਤੇ। ਆਉਣ ਵਾਲੇ ਕਰੜੇ ਸਮਿਆਂ ਤੋਂ ਪਹਿਲਾਂ ਹੀ ਸੁਚੇਤ ਕੀਤਾ। ਗੁਰੂ ਅਰਜਨ ਦੇਵ ਜੀ ਦੇ ਆਖਰੀ ਹੁਕਮ ਇਸ ਪ੍ਰਕਾਰ ਦਾ ਪੰਦਨਾਮਾ ਹੀ ਸਨ। ਗੁਰੂ ਅਰਜਨ ਦੇਵ ਜੀ ਦਾ ਪਿਆਰ ਸਿੱਖਾਂ ਨਾਲ ਵੀ ਅਟੁੱਟ ਸੀ। ਉਹਨਾਂ ਦਾ ਹੀ ਫਰਮਾਨ ਹੈ ਕਿ ਸਿੱਖ ਸਮਾਨ ਕਉ ਨਹੀਂ ਨਾਤਾ, ਮੰਝ ਪਿਆਰਾ ਗੁਰੂ ਕੋ। ਕਹਿਣਾ ਵੀ ਸਿੱਖ ਨਾਲ ਸਨੇਹ ਦਰਸਾਉਣਾ ਸੀ। ਬਹਿਲੋ ਸਭ ਤੋਂ ਪਹਿਲੋਂ ਕਹਿ ਕੇ ਦਰਸਾ ਰਹੇ ਸਨ ਕਿ ਹੋਰ ਸੰਸਾਰੀ ਰਿਸ਼ਤੇ ਪਿੱਛੇ ਹਨ। ਜਦ ਕਿਸੇ ਪੁੱਛਿਆ ਕਿ ਹਰਿਮੰਦਰ ਸਾਹਿਬ ਦੀ ਉਸਾਰੀ ਮੁਕੰਮਲ ਹੋਣ ਤੇ ਚੱਠ ਵੇਲੇ ਪਹਿਲਾ ਥਾਲ ਕਿਸ ਨੂੰ ਦਿਓਗੇ ਤਾਂ ਉਸ ਵੇਲੇ ਸਿੱਖ ਨੂੰ ਹੀ ਉੱਚਾ ਸਥਾਨ ਦਿੱਤਾ ਸੀ। ਫਰਮਾਇਆ, ਹਮਰੋ ਪ੍ਰੋਹਿਤ ਭਾਈ ਬੰਨੋ, ਸਾਧ ਸੰਗਤ ਤੁਮ ਸਤਕਰ ਮੰਨੋ। ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਨੂੰ ਹਰ ਵੇਲੇ ਹਰ ਬਾਤ ਪੁੱਛਦੇ ਸਨ। ਚੰਦੂ ਦੀ ਭੇਜੀ ਕੜਮਾਈ ਵੇਲੇ ਵੀ ਫੈਸਲਾ ਸੰਗਤ ਤੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਤੇ ਹੀ ਛੱਡਿਆ ਸੀ। ਲੱਖ ਯਤਨ ਕੀਤੇ ਸਨ ਚੰਦੂ ਨੇ, ਪਰ ਆਪ ਜੀ ਨੇ ਇਹ ਹੀ ਕਹਿਲਾ ਭੇਜਿਆ ਕਿ ਸੰਗਤ ਦਾ ਹੁਕਮ ਅਟਲ ਹੈ। ਜਦ ਬੁੱਧੂ ਨੇ ਭਾਈ ਲੱਖੂ ਪਟੋਲੀਆ ਤੇ ਦਰਵਾਜ਼ਾ ਬੰਦ ਕਰ ਦਿੱਤਾ ਸੀ ਤਾਂ ਆਪ ਜੀ ਨੇ ਸਿੱਖ ਦਾ ਹੀ ਆਦਰ ਮਾਣ ਰੱਖਿਆ ਸੀ। ਭਾਈ ਕਾਹਨ ਸਿੰਘ ਜੀ ਮਹਾਨ ਕੋਸ਼ ਵਿੱਚ ਲਿਖਦੇ ਹਨ ਕਿ ਆਪ ਜੀ ਦੇ ਵੀ 5 ਪਿਆਰੇ ਸਿੱਖ ਸਨ। ਭਾਈ ਜੀ ਨੇ ਉਹਨਾਂ ਦੇ ਨਾਮ ਭਾਈ ਬਿਧੀ ਚੰਦ, ਭਾਈ ਜੇਠਾ ਜੀ, ਭਾਈ ਲੰਗਾ, ਭਾਈ ਪਿਰਾਣਾ ਅਤੇ ਭਾਈ ਪੈੜਾ ਕਰਕੇ ਲਿਖੇ ਹਨ। ਬਸ ਐਸੀ ਸੀ ਪਾਵਨ ਸ਼ਖਸੀਅਤ ਗੁਰੂ ਅਰਜਨ ਦੇਵ ਜੀ ਦੀ, ਜੋ ਸਭ ਕੁਝ ਕੁਰਬਾਨ ਕਰਕੇ ਪੰਥਕ ਮਹਿਲ ਦੀਆਂ ਨੀਹਾਂ ਇਤਨੀਆਂ ਮਜ਼ਬੂਤ ਕਰ ਗਈ ਕਿ ਕੋਈ ਹਿਲਾਇਆ ਵੀ ਨਾ ਹਿਲਾ ਸਕਿਆ। ਭਾਈ ਗੁਰਦਾਸ ਜੀ ਨੇ ਠੀਕ ਲਿਖਿਆ ਹੈ ਕਿ ਐਸੀ ਸ਼ਖਸੀਅਤ ਤੋਂ ਸਦਾ ਕੁਰਬਾਨ ਹੋਣ ਤੇ ਜੀ ਕਰਦਾ ਹੈ। ਅੰਤ ਵਿੱਚ ਮੈਂ ਭੱਟ ਮਥੁਰਾ ਜੀ ਦੇ ਸ਼ਬਦ ਦੁਹਰਾਉਣੇ ਹਨ ਕਿ ਗੁਰੂ ਅਰਜਨ ਜੀ ਦੀ ਪਾਵਨ ਸ਼ਖਸੀਅਤ ਦਾ ਪ੍ਰਭਾਵ ਹਰ ਹਿਰਦੇ ਤੇ ਹੈ। ਉਹ ਸਿਰਫ ਪਰਉਪਕਾਰ ਲਈ ਹੀ ਜਗਤ ਵਿੱਚ ਆਏ ਅਤੇ ਪਰਉਪਕਾਰ ਹੀ ਕਰਦੇ ਰਹੇ। ਹੁਣ ਇਹ ਹੀ ਆਖਣਾ ਬਣਦਾ ਹੈ ਕਿ ਪ੍ਰਭੂ ਤੇ ਉਹਨਾਂ ਵਿੱਚ ਕੋਈ ਅੰਤਰ ਨਹੀਂ ਸੀ। ਧਰ ਗਗਨ ਨਵ ਖੰਡ ਮਹਿ ਜੋਤ, ਸਭ ਰੂਪੀ ਰਹੀਓ ਭਰ। ਭੰਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਸੋ ਇਸ ਦੇ ਨਾਲ ਹੀ ਸਤਬੀਰ ਸਿੰਘ ਦੁਆਰਾ ਲਿਖੀ ਪ੍ਰਤੱਖ ਹਰ ਜੀਵਨੀ ਗੁਰੂ ਅਰਜਨ ਦੇਵ ਜੀ ਕਿਤਾਬ ਇੱਥੇ ਹੀ ਸਮਾਪਤ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।